परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਮਲਕੀਤ ਕੌਰ ਦੀ ਆ, ਜਿਨ੍ਹਾਂ ਦਾ ਬੇਟਾ ਰਮਨਦੀਪ ਸਿੰਘ ਕੈਨੇਡਾ ਦੇ ਵਿੱਚ ਡਰਾਈਵਿੰਗ ਲਾਇਸੈਂਸ ਦੇ ਲਈ ਇੰਟਰਵਿਊ ਦੇਣ ਗਿਆ ਹੋਇਆ ਸੀ। ਤਾਂ ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਬਾਅਦ ਉਹਨਾਂ ਦੀ ਇੰਟਰਵਿਊ ਕਲੀਅਰ ਹੋ ਗਈ ਅਤੇ ਉਹਨਾਂ ਨੂੰ ਲਾਇਸੈਂਸ ਵੀ ਮਿਲ ਗਿਆ। ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਜੀ ਗਵਾਹੀ ਸਿਸਟਰ ਪ੍ਰਵੀਨ ਕੌਰ ਦੀ ਆ, ਜਿਨ੍ਹਾਂ ਦੇ ਘਰ 'ਚ ਕਿਸੇ ਨੇ ਜਾਦੂ ਟੋਣਾ ਕੀਤਾ ਸੀ। ਉਹਨਾਂ ਨੂੰ ਆਪਣੇ ਘਰ ਦੇ ਵਿੱਚ ਇੱਕ ਔਰਤ ਦਿਖਾਈ ਦਿੰਦੀ ਸੀ ਜੋ ਝਾੜੂ ਫੇਰਦੀ ਹੋਈ ਸੀ ਅਤੇ ਉਹਨਾਂ ਦੀ ਸਿਹਤ ਵੀ ਬਹੁਤ ਜ਼ਿਆਦਾ ਖਰਾਬ ਰਹਿੰਦੀ ਸੀ। ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਬਾਅਦ ਉਸ ਔਰਤ ਦਾ ਦਿਖਣਾ ਉਹਨਾਂ ਨੂੰ ਬੰਦ ਹੋ ਗਿਆ ਔਰ ਉਹਨਾਂ ਦੀ ਸਿਹਤ ਵੀ ਕਾਫੀ ਹੱਦ ਤੱਕ ਠੀਕ ਹੋ ਗਈ। ਔਰ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਤੀਸਰੀ ਗਵਾਹੀ ਸਿਸਟਰ ਰੁਪਿੰਦਰ ਕੌਰ ਦੀ ਆ, ਜਿਨ੍ਹਾਂ ਦੇ ਬੇਟੇ ਨੂੰ ਪੀਲੀਆ ਸੀ ਔਰ ਉਹਨਾਂ ਦਾ ਲੀਵਰ ਫੈਟੀ ਸੀ। ਸਿਸਟਰ ਨੇ ਵਿਸ਼ਵਾਸ ਦੇ ਨਾਲ ਆਪਣੇ ਬੇਟੇ ਦਾ ਨਾਮ ਲਿਖਵਾਇਆ। ਜਦ ਉਹਨਾਂ ਦਾ ਨਾਮ ਲੈ ਕੇ ਪ੍ਰੇਅਰ ਕੀਤੀ ਗਈ, ਉਸੇ ਹੀ ਦਿਨ ਉਹਨਾਂ ਨੇ ਰਿਪੋਰਟ ਕਰਵਾਈਆਂ ਔਰ ਉਹਨਾਂ ਦੀਆਂ ਸਾਰੀਆਂ ਰਿਪੋਰਟਸ ਨਾਰਮਲ ਸਨ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਜਾਣਾਂਗੇ ਕਿ ਪਾਪ ਕੀ ਹੈ ਅਤੇ ਉਹਦੀ ਸਜ਼ਾ ਕੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਵਚਨ 'ਚੋਂ ਪੜ੍ਹਾਂਗੇ ਪਹਿਲਾ ਯੋਹੰਨਾ ਉਹਦੇ 3 ਨੰਬਰ ਅਧਿਆਇ ਦੀ 4 ਨੰਬਰ ਆਇਤ ਨੂੰ। ਹਰ ਕੋਈ ਜਿਹੜਾ ਪਾਪ ਕਰਦਾ ਹੈ ਉਹ ਪਰਮੇਸ਼ਰ ਦੀ ਵਿਵਸਥਾ ਨੂੰ ਤੋੜਦਾ ਹੈ ਅਤੇ ਵਿਵਸਥਾ ਨੂੰ ਤੋੜਨਾ ਹੀ ਪਾਪ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਪਰਮੇਸ਼ਰ ਦੇ ਦਿੱਤੇ ਹੁਕਮ ਅਤੇ ਵਿਧੀਆਂ, ਪਰਮੇਸ਼ਰ ਦੇ ਦੁਆਰਾ ਦਿੱਤਾ ਗਿਆ ਨਵਾਂ ਨੇਮ, ਪਰਮੇਸ਼ਰ ਦੇ ਦੁਆਰਾ ਦਿੱਤੀ ਗਈ ਵਿਵਸਥਾ ਲਾਈਕ ਅਸੀਂ ਜਾਣਦੇ ਪੁਰਾਣਾ ਮੂਸਾ ਦਾ ਦੁਆਰਾ ਲਿਖਿਆ ਹੋਇਆ ਨੇਮ ਸੀ ਜੋ, ਪਰ ਹੁਣ ਅਸੀਂ ਨਵੇਂ ਨੇਮ ਦੇ ਅਨੁਸਾਰ ਚੱਲ ਰਹੇ ਹਾਂ। ਤਾਂ ਨਵੇਂ ਨੇਮ ਦੇ ਅਨੁਸਾਰ ਮਿਲੇ ਗਏ ਹਰ ਇੱਕ ਹੁਕਮ ਨੂੰ ਤੋੜਨਾ ਕੀ ਆ? ਪਾਪ ਆ। ਬਹੁਤ ਸਾਰੇ ਹੋਰ ਵੀ ਤਰ੍ਹਾਂ ਦੇ ਪਾਪ ਨੇ ਜੋ ਸਾਨੂੰ ਹੁਕਮ ਦੇ ਵਿੱਚ ਦਿੱਤੇ ਹੋਏ ਨੇ, ਪਰ ਪਰਮੇਸ਼ਰ ਕਹਿੰਦਾ ਵੀ ਉਹ ਹੁਕਮ ਹੀ ਆ ਜਿਹੜਾ ਤੁਹਾਨੂੰ ਦੱਸਦਾ ਵੀ ਕੀ ਸਹੀ ਅਤੇ ਕੀ ਗਲਤ ਆ, ਅਤੇ ਮੇਰੇ ਹੁਕਮ ਨੂੰ ਤੋੜਨਾ ਹੀ ਪਾਪ ਆ। ਜੋ ਪਰਮੇਸ਼ਰ ਨੇ ਸਾਨੂੰ ਕਰਨ ਤੋਂ ਮਨਾ ਕੀਤਾ ਉਸ ਹਰ ਇੱਕ ਕੰਮ ਨੂੰ ਕਰਨਾ ਪਾਪ ਆ ਔਰ ਪਾਪ ਪਰਮੇਸ਼ਰ ਨੂੰ ਪਸੰਦ ਨਹੀਂ ਆ। ਤਾਂ ਸਭ ਤੋਂ ਪਹਿਲਾਂ ਅਸੀਂ ਆ ਜਾਣਾਂਗੇ ਵੀ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿੰਨਾ ਗੱਲਾਂ ਨੂੰ ਅਸੀਂ ਨਹੀਂ ਤੋੜ ਸਕਦੇ, ਕਿਹੜੇ ਹੁਕਮ ਆ ਜਿਹੜੇ ਸਾਨੂੰ ਦਿੱਤੇ ਗਏ, ਅਤੇ ਜੇ ਅਸੀਂ ਉਹਨਾਂ ਨੂੰ ਤੋੜਾਂਗੇ ਤਾਂ ਅਸੀਂ ਪਾਪੀ ਹੋਵਾਂਗੇ। ਤਾਂ ਉਹ ਜਾਣਨ ਦੇ ਲਈ ਨੈਕਸਟ ਵਚਨ 'ਚੋਂ ਪੜ੍ਹਾਂਗੇ ਮਰਕੁਸ 10 ਉਹਦੀ 19 ਨੰਬਰ ਆਇਤ ਨੂੰ। ਤੂੰ ਹੁਕਮਾਂ ਨੂੰ ਜਾਣਦਾ ਹੈ ਕਿ ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ ਪਿਤਾ ਦਾ ਆਦਰ ਕਰ। ਹਾਲੇਲੂਇਆ। ਤਾਂ ਪਰਮੇਸ਼ਰ ਦਾ ਵਚਨ ਸਾਨੂੰ ਪਹਿਲੇ ਵਚਨ 'ਚ ਇਹ ਦੱਸਦਾ ਸੀ ਕਿ ਵਿਵਸਥਾ ਨੂੰ ਤੋੜਨਾ ਪਾਪ ਆ। ਵਿਵਸਥਾ ਮਤਲਬ ਪਰਮੇਸ਼ਰ ਦੇ ਦੁਆਰਾ ਦਿੱਤੇ ਗਏ ਹੁਕਮ, ਪ੍ਰਭੂ ਦੇ ਦੁਆਰਾ ਦਿੱਤੇ ਗਏ ਹੁਕਮਾਂ ਨੂੰ ਤੋੜਨਾ ਕੀ ਆ? ਪਾਪ ਆ। ਅਤੇ ਉਹ ਹੁਕਮ ਕੀ ਆ? ਖੂਨ ਨਾ ਕਰ। ਹੁਣ ਖੂਨ ਕਰਨ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਤਲਵਾਰਾਂ ਲੈ ਕੇ ਲੜਾਂਗੇ, ਕਿਸੇ ਦਾ ਖੂਨ ਵਹਾਵਾਂਗੇ ਤਾਂ ਉਹੀ ਖੂਨ ਆ। ਕਿਸੇ ਦੇ ਵਿਸ਼ਵਾਸ ਦਾ ਕਤਲ ਕਰਨਾ,
ਕਿਸੇ ਦੀ ਆਸਾਂ ਦੇ ਉੱਤੇ ਪਾਣੀ ਫੇਰਨਾ ਵੀ ਉਹਦੀਆਂ ਮੁਰਾਦਾਂ ਦਾ ਕਤਲ ਕਰਨਾ ਹੁੰਦਾ ਆ। ਕਿਸੇ ਵੀ ਨੂੰ ਆਪਾਂ ਮਰਨ ਤੱਕ ਦਾ ਦੁੱਖ ਦੇ ਦੇਣਾ, ਵੀ ਉਹ ਤੜਫਦਾ ਰਵੇ ਪਰ ਮੌਤ ਨੂੰ ਭਾਲੇ ਉਹਨੂੰ ਮੌਤ ਮਿਲੇ ਨਾ, ਤਾਂ ਉਹ ਇੱਕ ਬਹੁਤ ਵੱਡਾ ਖੂਨ ਆ। ਕਿਸੇ ਨੂੰ ਬਹੁਤ ਜ਼ਿਆਦਾ ਦੁੱਖ ਦੇਣਾ ਵੀ ਖੂਨ ਕਰਨਾ ਆ। ਔਰ ਦੂਜਾ ਵਚਨ ਹੈਗਾ ਹੁਕਮ, ਵਿਭਚਾਰ ਨਾ ਕਰ। ਜਦ ਇੱਕ ਲੜਕਾ ਤੇ ਲੜਕੀ ਵਿਆਹ ਤੋਂ ਬਿਨਾਂ ਆਪਸ 'ਚ ਸੰਬੰਧ ਬਣਾਉਂਦੇ, ਉਹ ਵੀ ਵਿਭਚਾਰ ਆ। ਜਦ ਇੱਕ ਵਿਆਹੀ ਹੋਈ ਔਰਤ ਪਰਾਏ ਮਰਦ ਦੇ ਨਾਲ ਰਿਲੇਸ਼ਨ ਬਣਾਉਂਦੀ ਆ, ਉਹ ਵੀ ਵਿਭਚਾਰ ਆ। ਜਦੋਂ ਇੱਕ ਆਦਮੀ ਆਪਣੀ ਔਰਤ ਤੋਂ ਬਾਹਰ ਕਿਸੇ ਔਰਤ ਨਾਲ ਸੰਬੰਧ ਬਣਾਉਂਦਾ, ਉਹ ਵੀ ਵਿਭਚਾਰ ਆ। ਜਦੋਂ ਇੱਕ ਅਸੀਂ ਇੱਕ ਦਿਨ ਇੱਕ ਤੋਂ ਵੱਧ ਕੇ ਬੰਦਿਆਂ ਦੇ ਨਾਲ ਰਿਲੇਸ਼ਨ ਬਣਾ ਰਹੇ ਹਾਂ, ਉਹ ਵੀ ਸਾਡੇ ਲਈ ਵਿਭਚਾਰ ਆ। ਔਰ ਸੈਕਿੰਡ, ਪਰਮੇਸ਼ਰ ਕਹਿ ਰਿਹਾ, ਅਗਰ ਤੁਸੀਂ ਕਿਸੇ ਨੂੰ ਗਲਤ ਨਿਗਾਹ ਨਾਲ ਵੇਖ ਵੀ ਲਿਆ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਉਹਦੇ ਨਾਲ ਵਿਭਚਾਰ ਕਰ ਚੁੱਕੇ ਆ। ਸੈਕਿੰਡ ਇਹ ਵੀ ਗੱਲ ਆ, ਵਚਨ ਕਹਿੰਦਾ, ਅਗਰ ਤੁਸੀਂ ਆਪਣੀ ਪਤਨੀ ਨੂੰ ਬਿਨਾਂ ਹਰਾਮਕਾਰੀ ਦੇ ਦੋਸ਼ ਤੋਂ ਛੱਡ ਕੇ ਕਿਸੇ ਹੋਰ ਨਾਲ ਵਿਆਹ ਵੀ ਕਰਾ ਰਹੇ ਹੋ, ਉਹ ਵੀ ਵਿਭਚਾਰ ਆ। ਬਹੁਤ ਤਰ੍ਹਾਂ ਦਾ ਵਿਭਚਾਰ ਆ। ਫਿਜ਼ੀਕਲ ਰਿਲੇਸ਼ਨ ਗਲਤ ਤਰੀਕੇ ਨਾਲ ਬਣਾਉਣਾ ਵਿਭਚਾਰ ਆ। ਚੋਰੀ ਨਾ ਕਰ, ਚੋਰੀ ਕਰਨ ਦਾ ਕੀ ਭਾਵ ਆ। ਹੁਣ ਅਸੀਂ ਸਾਰੇ ਜਾਣਦੇ ਹਾਂ ਵੀ ਜੇ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ 1000 ਬੰਦਾ ਰਹਿ ਰਿਹਾ, ਚਲੋ ਛੋਟੀ ਜਿਹੀ ਐਗਜ਼ਾਮਪਲ ਲਵਾਂਗੇ ਵੀ 1000 ਬੰਦਾ ਰਹਿ ਰਿਹਾ, ਉਸ 1000 ਦੇ ਵਿੱਚੋਂ ਕੋਈ 10 ਜਾਂ 20 ਬੰਦੇ ਹੋਣਗੇ ਜਿਨ੍ਹਾਂ ਦੀ ਚੋਰੀ ਵਰਗੀ ਸੋਚ ਹੋਏਗੀ। 1000 ਵਿੱਚੋਂ 10 ਬੰਦਾ, ਸੋਚੋ 1000 ਵਿੱਚੋਂ 10, ਅਤੇ ਪੂਰੀ ਸ੍ਰਿਸ਼ਟੀ ਦੇ ਵਿੱਚ ਬਹੁਤ ਥੋੜ੍ਹੇ ਲੋਕ ਹੀ ਆ ਨਾ ਜਿਹੜੇ ਚੋਰੀ ਧਨ ਦੌਲਤ ਚੁਰਾਉਂਦੇ ਹੋਣਗੇ। ਤਾਂ ਫਿਰ ਪਰਮੇਸ਼ਰ ਨੇ ਇਹ ਹੁਕਮ ਕਿਹਦੇ ਲਈ ਦਿੱਤਾ? ਚੋਰੀ ਕਰਨਾ ਕਿਸੇ ਦਾ ਧਨ ਦੌਲਤ ਚੁਰਾਉਣਾ ਹੀ ਨਹੀਂ ਹੁੰਦਾ। ਕਿਸੇ ਨੂੰ ਬੋਲਣਾ ਕੁਝ ਹੋਰ, ਕਰਨਾ ਕੁਝ ਹੋਰ, ਉਹ ਵੀ ਚੋਰੀ ਆ। ਕਿਸੇ ਨੂੰ ਦੱਸਣਾ ਕੁਝ ਹੋਰ, ਹੋਣਾ ਕਿਤੇ ਹੋਰ, ਇਹ ਵੀ ਉਹ ਤੋਂ ਚੋਰੀ ਆ। ਲੁਕਾ ਛਿਪਾ ਕੇ ਕੀਤਾ ਗਿਆ ਹਰ ਇੱਕ ਕਰਮ ਕਾਂਡ, ਉਹ ਸਭ ਦਾ ਸਭ ਚੋਰੀ ਆ। ਔਰ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪਾਪ ਆ। ਬਹੁਤ ਤਰ੍ਹਾਂ ਦੀਆਂ ਚੋਰੀਆਂ ਆ, ਅਨੇਕਾਂ ਹੀ ਤਰ੍ਹਾਂ ਦੇ ਕ੍ਰਾਈਮ ਆ ਜਿਹੜੇ ਅਸੀਂ ਕਹਿੰਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ, ਦੱਸਦੇ ਕੁਝ ਹੋ ਰਿਹਾ, ਹੁੰਦਾ ਕੁਝ ਹੋ ਰਿਹਾ, ਕਹਿੰਦੇ ਕਿਤੇ ਹੋ ਰਿਹਾ ਅਤੇ ਹੁੰਦੇ ਕਿਤੇ ਹੋ ਰਿਹਾ। ਅਤੇ ਇਹ ਸਭ ਦੀਆਂ ਸਭ ਕੀ ਆ? ਚੋਰੀਆਂ ਆ। ਸਾਡੇ ਸ਼ਬਦਾਂ ਦੀ ਹੇਰ ਫੇਰ, ਸਿੱਧੇ ਤਰੀਕੇ ਨਾਲ ਅਗਰ ਅਸੀਂ ਸਮਝੀਏ ਤਾਂ ਸਾਡੇ ਸ਼ਬਦਾਂ ਦੀ ਹੇਰ ਫੇਰ ਕੀ ਆ? ਚੋਰੀ ਆ। ਔਰ ਵਚਨ ਕਹਿੰਦਾ, ਝੂਠੀ ਗਵਾਹੀ ਵੀ ਨਾ ਦੇ। ਝੂਠਾ ਗਵਾਹ ਅਸੀਂ ਜ਼ਰੂਰੀ ਨਹੀਂ ਕਿ ਕੋਰਟ ਕਚਹਿਰੀਆਂ 'ਚ ਜਾਵਾਂਗੇ ਅਤੇ ਉੱਥੇ ਹੀ ਝੂਠੀ ਗਵਾਹੀ ਦੇਵਾਂਗੇ। ਘਰ ਵਿੱਚ ਬੈਠੇ ਵੀ ਕਿਸੇ ਦੇ ਪਾਪ ਨੂੰ ਛੁਪਾਉਣ ਦੇ ਲਈ ਅਸੀਂ ਉਹਦੇ ਹੱਕ 'ਚ ਬੋਲ ਰਹੇ ਹਾਂ, ਅਸੀਂ ਉਹਦੀ ਝੂਠੀ ਗਵਾਹੀ ਦੇ ਰਹੇ ਹਾਂ। ਅਸੀਂ ਕੋਈ ਕਿਸੇ ਦਾ ਫੋਨ ਚੱਕ ਕੇ ਕਹਿ ਰਹੇ ਹਾਂ ਉਹ ਮੇਰੇ ਨਾਲ ਆ, ਹੋਵੇ ਤੁਹਾਡੇ ਨਾਲ ਨਹੀਂ, ਇਹ ਵੀ ਤੁਸੀਂ ਉਹਦੀ ਝੂਠੀ ਗਵਾਹੀ ਦੇ ਰਹੇ ਵੀ ਹਾਂ ਮੈਨੂੰ ਪਤਾ ਵੀ ਉਹ ਮੇਰੇ ਕੋਲ ਹੀ ਆ। ਜਾਂ ਕਿਸੇ ਦੇ ਕ੍ਰਾਈਮ ਨੂੰ ਛੁਪਾਉਣ ਦੇ ਲਈ, ਸਪੋਜ਼ ਉਹ ਕੁਝ ਗਲਤੀ ਕੀਤੀ ਉਹਨੇ ਤਾਂ ਤੁਸੀਂ ਕਹੋ ਵੀ ਨਹੀਂ ਉਹਨੇ ਗਲਤੀ ਨਹੀਂ ਕੀਤੀ, ਮੈਂ ਉਹਦੀ ਗਵਾਹੀ ਦਿੰਦਾ। ਇਹ ਇੱਕ ਤਰ੍ਹਾਂ ਦੀ ਗਵਾਹੀ, ਬੇਸ਼ੱਕ ਕੋਰਟ ਕਚਹਿਰੀਆਂ ਦੇ ਲੈਵਲ ਤੱਕ ਨਹੀਂ, ਪਰ ਆਮ ਜ਼ਿੰਦਗੀ ਦੇ ਵਿੱਚ ਹੀ ਅਸੀਂ ਕਿਸੇ ਦੇ ਗੁਨਾਹ ਨੂੰ ਛੁਪਾਉਣ ਦੇ ਲਈ ਉਹਦਾ ਪੱਖ ਲੈ ਰਹੇ ਹਾਂ। ਉਹ ਵੀ ਸਾਡੇ ਵੱਲੋਂ ਦਿੱਤੀ ਗਈ ਇੱਕ ਝੂਠੀ ਗਵਾਹੀ ਆ। ਚਾਹੇ ਮਾਂ ਆਪਣੇ ਬੱਚੇ ਦੇ ਗੁਨਾਹ ਛੁਪਾ ਰਹੀ ਹੋਵੇ, ਚਾਹੇ ਮਾਂ ਆਪਣੇ ਪਤਨੀ ਇੱਕ ਪਤੀ ਦੇ ਗੁਨਾਹ ਛੁਪਾ ਰਹੀ ਹੋਵੇ, ਚਾਹੇ ਕੋਈ ਵੀ ਹੋਵੇ, ਕਿਸੇ ਦੇ ਗੁਨਾਹ ਛੁਪਾਉਣ ਦੇ ਲਈ ਉਹਦਾ ਪੱਖ ਲੈ ਰਿਹਾ ਆ, ਉਹ ਝੂਠੀ ਗਵਾਹੀ ਦੇ ਰਿਹਾ। ਔਰ ਠੱਗੀ ਨਾ ਕਰ। ਠੱਗਣ ਦਾ ਮਤਲਬ ਇਹ ਨਹੀਂ ਹੁੰਦਾ ਜੋ ਪਹਿਲਾਂ ਦੇ ਠੱਗ ਹੁੰਦੇ ਸੀਗੇ, ਆਉਂਦੇ ਸੀ ਅਤੇ ਵੱਡੀਆਂ ਠੱਗੀਆਂ ਕਰਕੇ ਜਾਂਦੇ ਸੀ। ਅੱਜ ਅਸੀਂ ਸ਼ਬਦਾਂ ਦੀ ਹੇਰ ਫੇਰ ਦੇ ਨਾਲ ਠੱਗੀਆਂ ਕਹਿ ਰਹੇ ਹਾਂ, ਕਹਿੰਦੇ ਕੁਝ ਹੋ ਰਿਹਾ, ਹੁੰਦਾ ਕੁਝ ਹੋ ਰਿਹਾ। ਸਭ ਤੋਂ ਵੱਧ ਠੱਗੀਆਂ ਏਜੰਸੀ ਦੇ ਵਿੱਚ ਚੱਲ ਰਹੀਆਂ। ਏਜੰਟ ਜੇ ਨੇ ਜੋ ਬਣੇ ਹੋਏ ਨੇ, ਵੀਜ਼ਾ ਆਫਿਸਰ ਵਿੱਚ ਬਣੇ ਹੋਏ ਨੇ, ਵੀਜ਼ਾ ਆਫਿਸ ਖੁੱਲ੍ਹੇ ਹੋਏ ਨੇ। ਵੀਜ਼ਾ ਆਫਿਸਰ ਨੇ ਜੋ ਆਪਣੇ ਆਪ ਨੂੰ ਵੀਜ਼ਾ ਆਫਿਸਰ ਦੱਸਦੇ ਨੇ ਕਿ ਹਾਂ ਅਸੀਂ ਵੀਜ਼ਾ ਲਗਾਵਾਂਗੇ, ਅਸੀਂ ਕੰਸਲਟੈਂਟ ਹਾਂ, ਸਾਡੇ ਨਾਲ ਕੰਸਲਟ ਕਰੋ ਆ ਕੇ। ਕੰਸਲਟਿੰਗ ਦੇ ਵਿੱਚ ਵੀ ਕੀ ਦੱਸਦੇ? ਜੋ ਉਹਨਾਂ ਦਾ ਮਨ ਕਰਦਾ ਉਹ ਗੱਲਾਂ ਕਰਦੇ। ਔਰ ਆਪਣੇ ਸ਼ਬਦਾਂ ਦੀ ਹੇਰ ਫੇਰ ਨਾਲ ਹੀ, ਕੁੱਲ ਮਿਲਾ ਕੇ ਸਭ ਦੇ ਸਭ ਪਾਪ ਕੀ ਆ? ਸ਼ਬਦਾਂ ਦੀ ਹੇਰ ਫੇਰ ਹੀ ਆ। ਹੁਣ ਆਪਣੇ ਮਾਤਾ ਪਿਤਾ ਦੇ ਆਦਰ ਦੇ ਵਿੱਚ ਵੀ ਸਾਡੇ ਸ਼ਬਦ ਹੀ ਗੰਦਗੀ ਵਾਲੇ ਹੋਣਗੇ ਨਾ। ਜੋ ਬੱਚੇ ਆਪਣੇ ਮਾਂ ਬਾਪ ਦੇ ਅੱਗੋਂ ਬੋਲਦੇ, ਉਹਨਾਂ ਦੀ ਕੇਅਰ ਨਹੀਂ ਕਰਦੇ, ਉਹਨਾਂ ਨੂੰ ਗਲਤ ਸ਼ਬਦ ਬੋਲਦੇ, ਉਹਨਾਂ ਦੀ ਗੱਲ ਨੂੰ ਸੁਣਦੇ ਨਹੀਂ ਆ, ਈਵਨ ਉਹਨਾਂ ਦੀ ਆਗਿਆਕਾਰੀ ਤਾਂ ਬਾਅਦ 'ਚ ਕਰਨੀ, ਸੁਣਨਾ ਵੀ ਪਸੰਦ ਨਹੀਂ ਕਰਦੇ, ਉਹਨਾਂ ਦੇ ਨਾਲ ਰਹਿਣਾ ਪਸੰਦ ਨਹੀਂ ਕਰਦੇ। ਸਾਰੇ ਦੇ ਸਾਰੇ ਪਾਪ ਜਿਹੜੇ ਆ ਉਹ ਸਾਡੇ ਮੂੰਹ ਤੋਂ ਸ਼ੁਰੂ ਹੁੰਦੇ ਆ। ਅੱਖਾਂ ਨੇ ਵੇਖਿਆ, ਸ਼ਬਦਾਂ ਨੇ ਹੇਰ ਫੇਰ ਕੀਤੀ, ਦਿਮਾਗ ਨੇ ਸੋਚਿਆ, ਕੰਨਾਂ ਨੇ ਸੁਣਿਆ ਅਤੇ ਮੂੰਹ ਦੇ ਦੁਆਰਾ ਬੋਲ ਕੇ ਅਸੀਂ ਉਹ ਸਾਰੇ ਕ੍ਰਾਈਮ ਕਰ ਦਿੱਤੇ। ਸ਼ਬਦਾਂ ਦੀ ਹੇਰ ਫੇਰ, ਅੱਖਾਂ ਨੇ ਵੇਖਿਆ ਅਤੇ ਸਭ ਦੇ ਸਭ ਪਾਪ ਪੈ ਗਿਆ। ਸਾਰਾ ਸਰੀਰ ਕਿਹਦੇ 'ਚ ਪੈ ਗਿਆ? ਪਾਪ ਦੇ ਵਿੱਚ।
ਆ ਹੁਕਮ ਆ ਤੇ ਇਹਨਾਂ ਹੁਕਮਾਂ ਦੀ ਅਗਰ ਅਸੀਂ ਪਾਲਣਾ ਨਾ ਕਰਾਂਗੇ ਤਾਂ ਅਸੀਂ ਪਰਮੇਸ਼ਰ ਦੇ ਨੇਮ ਨੂੰ ਤੋੜਦੇ ਹਾਂ। ਇਹ ਜੋ ਨਵਾਂ ਨੇਮ ਸਾਨੂੰ ਦਿੱਤਾ ਗਿਆ, ਅਸੀਂ ਇਸ ਨੇਮ ਦੀ ਉਲੰਘਣਾ ਕਰਦੇ ਹਾਂ। ਤੇ ਹਰ ਇੱਕ ਉਹ ਭੈਣ ਭਾਈ ਜਿਹੜਾ ਨੇਮ ਦੀ ਉਲੰਘਣਾ ਕਰਦਾ ਆ ਉਹ ਪਾਪ ਕਰਦਾ ਆ। ਤੇ ਜਿਹੜੇ ਪਾਪ ਕਰਦੇ ਆ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕੀ ਆ, ਕੀ ਨੇ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ, ਕੀ ਵੈਲਿਊ ਆ ਉਹਨਾਂ ਦੀ, ਕੀ ਦੇਖਣਾ ਆ ਪਰਮੇਸ਼ਰ ਦਾ ਉਹਨਾਂ ਦੇ ਬਾਰੇ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ। ਪਹਿਲਾ ਯੋਹੰਨਾ ਉਹਦੇ 3 ਨੰਬਰ ਅਧਿਆਇ ਦੀ 8 ਔਰ 9 ਨੰਬਰ ਆਇਤ ਨੂੰ। ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਕਿਉਂ ਜੋ ਪਰਮੇਸ਼ਰ ਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਕਿਉਂਕਿ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ। ਹਾਲੇਲੂਇਆ। ਹੁਣ ਪਰਮੇਸ਼ਰ ਦਾ ਨਜ਼ਰੀਆ ਕੀ ਆ ਉਹਨਾਂ ਦੇ ਲਈ, ਪਰਮੇਸ਼ਰ ਦੀ ਸੋਚ ਕੀ ਆ, ਥਿੰਕਿੰਗ ਕੀ ਆ, ਫੈਸਲਾ ਕੀ ਆ ਉਹਨਾਂ ਦੇ ਲਈ ਕਿ ਜਿਹੜੇ ਪਾਪ ਕਰਦੇ ਆ ਨਾ ਉਹ ਪਰਮੇਸ਼ਰ ਦੀ ਸੰਤਾਨ ਨਹੀਂ ਆ। ਹੁਣ ਅਸੀਂ ਲੱਖ ਹੀ ਆਪਣੇ ਮੂੰਹ ਤੋਂ ਕਹੀ ਜਾਈਏ ਵੀ ਪਿਤਾ ਪਰਮੇਸ਼ਰ ਆ ਸਾਡਾ, ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ, ਅਸੀਂ ਮਸੀਹੀ ਲੋਕ ਹਾਂ, ਅਸੀਂ ਮਸੀਹ ਦਾ ਪਿੱਛਾ ਕਰਦੇ, ਮਸੀਹ ਨੂੰ ਮੰਨਦੇ ਹਾਂ, ਪਰ ਜੇ ਸਾਡੇ ਵਿੱਚ ਮਸੀਹ ਦੇ ਖਿਲਾਫ ਚਿੰਨ੍ਹ ਪਾਏ ਜਾ ਰਹੇ ਆ ਤੇ ਅਸੀਂ ਪਰਮੇਸ਼ਰ ਦੇ ਵੱਲੋਂ ਕਬੂਲਣ ਯੋਗ ਨਹੀਂ ਹੈਗੇ। ਧੱਕੇ ਨਾਲ ਅਸੀਂ ਕਹੀ ਜਾਈਏ ਤਾਂ ਕਹੀ ਜਾਈਏ, ਇੱਥੇ ਬੈਠੇ ਜੋ ਮਰਜ਼ੀ ਕਹੀ ਜਾਈਏ। ਹੁਣ ਜਿਵੇਂ ਇੱਕ ਬੰਦਾ ਘਰੇ ਬੈਠਾ ਲੱਖ ਫੜੀਆਂ ਮਾਰੇ ਵੀ ਤੂੰ ਮੇਰੇ ਨਾਲ ਚੱਲ ਮੈਂ ਤੇਰਾ ਕੰਮ ਕਰਾ ਕੇ ਦੇਵਾਂਗਾ, ਉੱਥੇ ਜਾ ਕੇ ਪਤਾ ਲੱਗੇਗਾ ਨਹੀਂ ਕੰਮ ਹੋਏਗਾ ਕਿ ਨਹੀਂ ਹੋਏਗਾ, ਉੱਥੇ ਜਾਏਗਾ ਕੁਝ ਹੋਏਗਾ ਹੀ ਨਹੀਂ, ਕਿਉਂਕਿ ਉਹ ਗੱਲਾਂ ਨਾਲ ਕੁਝ ਹੋਰ ਹੁੰਦਾ, ਰਿਐਲਿਟੀ ਕੁਝ ਹੋਰ ਹੁੰਦੀ ਆ। ਉਸੇ ਤਰ੍ਹਾਂ ਅਸੀਂ ਅੱਜ ਇੱਥੇ ਬੈਠੇ ਬੇਸ਼ੱਕ ਕਹੀ ਜਾ ਰਹੇ ਹਾਂ ਪਰਮੇਸ਼ਰ ਸਾਡਾ ਪਿਤਾ ਆ, ਅਸੀਂ ਮਸੀਹ ਦੇ ਪਿੱਛੇ ਚੱਲਦੇ, ਪਰ ਮਸੀਹ ਦੇ ਪਿੱਛੇ ਚੱਲਣ ਵਾਲੇ ਚਿੰਨ੍ਹ ਨਹੀਂ ਨਾ ਹੈਗੇ ਸਾਡੇ 'ਚ। ਪਰਮੇਸ਼ਰ ਕਹਿੰਦਾ ਜਿਹੜਾ ਪਾਪ ਕਰਦਾ ਆ, ਜਿਹੜਾ ਝੂਠ ਬੋਲਦਾ, ਚੋਰੀ ਕਰਦਾ, ਵਿਭਚਾਰ ਕਰਦਾ, ਝੂਠੀਆਂ ਗਵਾਹੀਆਂ ਦਿੰਦਾ, ਆਪਦੇ ਮਾਂ-ਬਾਪ ਦਾ ਆਦਰ ਨਹੀਂ ਕਰਦਾ, ਜਗ੍ਹਾ ਜਗ੍ਹਾ ਲੜਾਈ ਝਗੜੇ ਖੜੇ ਕਰਦਾ ਆ, ਬੁਰੀਆਂ ਆਦਤਾਂ ਉਹਦੇ ਵਿੱਚ ਆ, ਵਿਅਰਥ ਦੇ ਕੰਮ ਉਹ ਕਰਦਾ, ਮੇਰੇ ਨੇਮ ਦੀ ਉਲੰਘਣਾ ਕਰਦਾ ਆ। ਕਹਿੰਦਾ ਉਹ ਲੱਖ ਭਾਵੇਂ ਕਹੀ ਜਾਵੇ ਮੈਂ ਪਿਤਾ ਪਰਮੇਸ਼ਰ ਨੂੰ ਮੰਨਦਾ, ਉਹ ਮੇਰੀ ਸੰਤਾਨ ਨਹੀਂ ਆ। ਕਹਿੰਦਾ ਉਹ ਸ਼ੈਤਾਨ ਦੀ ਸੰਤਾਨ ਆ ਤੇ ਉਹ ਸ਼ੈਤਾਨੀ ਬੱਚਾ ਆ, ਉਹ ਪਰਮੇਸ਼ਰ ਦਾ ਧਰਮੀ ਬੱਚਾ ਨਹੀਂ ਹੈਗਾ। ਉਹ ਕਿੱਥੋਂ ਆ? ਸ਼ੈਤਾਨ ਤੋਂ ਆ। ਕਹਿੰਦਾ ਮੇਰੇ ਤੋਂ ਨਹੀਂ, ਜਿਹੜਾ ਪਾਪ ਕਰਦਾ ਉਹ ਮੇਰੇ ਤੋਂ ਨਹੀਂ ਆ। ਇਸ ਗੱਲ ਨੂੰ ਲਾਈਟਲੀ ਨਾ ਲਿਓ, ਇਹ ਆਮ ਜੀ ਗੱਲ ਨਹੀਂ ਆ। ਇਸ ਗੱਲ ਨੂੰ ਅਗਰ ਸਮਝੋਗੇ ਤਾਂ ਸਾਨੂੰ ਪਤਾ ਲੱਗੇਗਾ ਵੀ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਕਿਉਂ ਨਹੀਂ ਆਉਂਦਾ, ਕਿਉਂ ਸਾਨੂੰ ਅੱਜ ਤੱਕ ਪਿਤਾ ਪਰਮੇਸ਼ਰ ਨੇ ਜਵਾਬ ਨਹੀਂ ਦਿੱਤਾ। ਕਿਉਂਕਿ ਜਿਹੜਾ ਪਿਤਾ ਹੋਏਗਾ ਉਹਨੂੰ ਹੀ ਜਵਾਬ ਦੇਏਗਾ ਨਾ ਉਹ, ਤੇ ਉਹ ਤੁਹਾਨੂੰ ਆਪਣੇ ਧੀਆਂ ਪੁੱਤਰ ਮੰਨਦਾ ਹੀ ਨਹੀਂ ਹਜੇ ਤੱਕ। ਕਿਉਂਕਿ ਸਾਡੇ ਵਿੱਚ ਪਾਪ ਆ, ਅਸੀਂ ਗੁਨਾਹ ਕਰਦੇ ਹਾਂ, ਅਸੀਂ ਉਹਦੇ ਨੇਮ ਦੀ ਉਲੰਘਣਾ ਕਰੀ ਜਾਂਦੇ ਹਾਂ। ਉਹ ਸਾਨੂੰ ਆਪਣੇ ਧੀਆਂ ਪੁੱਤਰ ਸਮਝਦਾ ਨਹੀਂ, ਅਸੀਂ ਧੱਕੇ ਨਾਲ ਹੀ ਉਹਨੂੰ ਪਿਤਾ ਪਰਮੇਸ਼ਰ ਕਹੀ ਜਾ ਰਹੇ ਹਾਂ। ਉਹ ਕਹਿੰਦਾ ਸਾਰੀ ਸ੍ਰਿਸ਼ਟੀ ਤੇ ਆਇਆ, ਹਰ ਇੱਕ ਭੈਣ, ਹਰ ਇੱਕ ਭਰਾ, ਹਰ ਇੱਕ ਬੱਚਾ, ਹਰ ਇੱਕ ਜਨ ਮੇਰਾ ਆ, ਮੈਂ ਉਹਨਾਂ ਦਾ ਬਾਪ ਆ। ਪਰ ਉਹਨਾਂ ਦਾ ਜਿਹੜੇ ਮੇਰੇ ਵਚਨਾਂ ਦੇ ਅਨੁਸਾਰ ਚੱਲਦੇ ਆ, ਜਿਹੜੇ ਖਰੀ ਚਾਲ ਚੱਲਦੇ ਆ, ਜਿਹੜੇ ਮੇਰਾ ਡਰ ਭੈ ਮੰਨਦੇ ਆ, ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਆ, ਜਿਹੜੇ ਮੇਰੇ ਨੇਮ ਦੀ ਉਲੰਘਣਾ ਨਹੀਂ ਕਰਦੇ, ਮੈਂ ਉਹਨਾਂ ਦਾ ਪਿਤਾ ਪਰਮੇਸ਼ਰ ਆ। ਕਹਿੰਦਾ ਜਿਹੜੇ ਪਾਪੀ ਆ, ਜਿਹੜੇ ਪਾਪ ਕਰਦੇ ਆ, ਕਹਿੰਦਾ ਉਹ ਮੇਰੀ ਸੰਤਾਨ ਨਹੀਂ ਹੈਗੇ। ਉਹ ਕਿਹਦੀ ਸੰਤਾਨ ਆ? ਉਹ ਸ਼ੈਤਾਨ ਦੀ ਸੰਤਾਨ ਆ। ਕਹਿੰਦਾ ਕਿਉਂਕਿ ਪਾਪ ਕਰਨਾ, ਧੋਖੇ ਦੇਣਾ, ਝੂਠ ਬੋਲਣਾ, ਨਸ਼ਾ ਕਰਨਾ, ਵਿਭਚਾਰ ਕਰਨਾ, ਗੰਦਗੀ ਦੇ ਵਿੱਚ ਰਹਿਣਾ, ਗੰਦੇ ਕੰਮ ਕਰਨਾ, ਇਹ ਸਾਰੇ ਦੇ ਸਾਰੇ ਕੰਮ ਮੇਰੇ ਨਹੀਂ ਆ। ਕਹਿੰਦਾ ਕਿਉਂਕਿ ਜਿਹੜਾ ਪੁੱਤਰ ਆ ਉਹ ਆਪਣੇ ਪਿਤਾ ਦੀ ਪਰਛਾਈ ਹੁੰਦਾ ਆ, ਤੇ ਮੇਰੇ ਵਿੱਚ ਤਾਂ ਆਹ ਕੰਮ ਹੈ ਹੀ ਨਹੀਂ ਗੇ। ਫਿਰ ਤੁਸੀਂ ਕਿਵੇਂ ਕਹਿ ਸਕਦੇ ਆ ਵੀ ਅਸੀਂ ਆਪਣੇ ਪਿਤਾ ਦੀ ਪਰਛਾਈ ਆ, ਅਸੀਂ ਮਸੀਹ ਦੀ ਪਰਛਾਈ ਆ, ਅਸੀਂ ਯਹੋਵਾ ਪਰਮੇਸ਼ਰ ਦੀ ਪਰਛਾਈ ਆ। ਯਹੋਵਾ ਪਰਮੇਸ਼ਰ ਦੇ ਕੰਮ ਅਜਿਹੇ ਨਹੀਂ ਸੀ। ਅਸੀਂ ਵਚਨ 'ਚੋਂ ਪੜ੍ਹਦੇ ਆ ਨਾ ਕਿ ਕਿਸ ਤਰ੍ਹਾਂ ਯਹੋਵਾ ਪਰਮੇਸ਼ਰ ਨੇ ਅੱਜ ਤੱਕ ਸ੍ਰਿਸ਼ਟੀ ਨੂੰ ਸੰਭਾਲਿਆ ਤੇ ਕਿੱਦਾਂ ਉਹਨੇ ਆਪਣੇ ਧਰਮੀ ਲੋਕਾਂ ਦਾ ਸਾਥ ਦਿੱਤਾ। ਕਹਿੰਦਾ ਜਿਹੜੇ ਲੋਕ ਪਾਪ ਕਰਦੇ ਆ ਉਹ ਮੇਰੇ ਤੋਂ ਨਹੀਂ ਹੈਗੇ। ਵਚਨ ਕਹਿੰਦਾ ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਪਰ ਜਿਹੜਾ ਸ਼ੈਤਾਨ ਤੋਂ ਜੰਮਿਆ ਉਹੀ ਪਾਪ ਕਰੇਗਾ। ਕਿਉਂਕਿ ਪਾਪ ਕਰਨ ਦੀ ਸਿੱਖਿਆ ਦੇਣਾ, ਪਾਪ ਕਰਨ ਦੇ ਵਿੱਚ ਸਾਥ ਦੇਣਾ, ਪਾਪ ਕਰਨ ਦੀਆਂ ਸੋਚਾਂ ਮਨ ਦੇ ਵਿੱਚ ਪਾਉਣਾ,
ਇਹ ਪਰਮੇਸ਼ਰ ਦਾ ਨਹੀਂ, ਇਹ ਸ਼ੈਤਾਨ ਦਾ ਕੰਮ ਆ। ਇਸ ਲਈ ਇਸ ਵਹਿਮ ਦੇ ਵਿੱਚੋਂ ਨਿਕਲ ਜਾਓ ਵੀ ਜੇ ਅਸੀਂ ਪਿਤਾ ਪਰਮੇਸ਼ਰ ਕਹਿ ਕੇ ਮੰਗ ਰਹੇ ਹਾਂ ਤੇ 1 ਘੰਟੇ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਅਸੀਂ ਮੰਗ ਕੇ ਚਲੇ ਗਏ ਤੇ ਉਦੋਂ ਬਾਅਦ ਅਸੀਂ ਜਾ ਬੈਠੇ ਨਸ਼ੇੜੀਆਂ ਦੀ ਮੰਡਲੀ ਵਿੱਚ, ਮੁਖੌਲੀਆਂ ਦੀ ਮੰਡਲੀ ਵਿੱਚ, ਜਾ ਬੈਠੀਆਂ ਭੈਣਾਂ 7 ਭੈਣਾਂ ਦੇ ਵਿੱਚ ਬਹਿ ਕੇ ਚੁਗਲੀਆਂ ਕਰਨ ਦੇ ਲਈ ਪ੍ਰਾਰਥਨਾ ਕਰਕੇ ਗਈ ਆ, ਪਰਮੇਸ਼ਰ ਮੇਰੇ ਤੇ ਦਇਆ ਕਰ, ਤੇ ਥੱਲੇ ਜਾਂਦੇ ਹੀ ਆਪਣੀ ਨੌਂ ਦੀ ਗੁੱਤ ਫੜ ਲਈ ਆ ਵੀ ਤੂੰ ਅੱਜ ਸਬਜ਼ੀ 'ਚ ਨਮਕ ਵੱਧ ਪਾਤਾ ਆ। ਤੇ ਕਿੱਥੇ ਗਿਆ ਉਹ ਪਰਮੇਸ਼ਰ ਦਾ ਸੁਭਾਅ ਸਾਡੇ 'ਚ? ਪਰਮੇਸ਼ਰ ਕਹਿੰਦਾ ਦਇਆ, ਨਮਰਤਾ, ਭਲਾਈ, ਧੀਰਜ, ਸਬਰ, ਸੰਜਮ, ਸ਼ਾਂਤੀ, ਪਿਆਰ ਅਤੇ ਕਿੰਨੇ ਹੀ ਫਲ ਆ ਪਰਮੇਸ਼ਰ ਦੇ ਧਰਮੀ ਲੋਕਾਂ ਦੇ। ਕਿੱਥੇ ਗਏ ਉਹ ਤੁਹਾਡੇ ਫਲ? ਅਰੇ ਕਿੱਦਾਂ ਤੁਸੀਂ ਕਹਿ ਸਕਦੇ ਆ ਪਰਮੇਸ਼ਰ ਸਾਡੇ ਤੇ ਦਇਆ ਕਰੇ? ਪਰਮੇਸ਼ਰ ਕਹਿੰਦਾ ਜੇ ਤੁਹਾਨੂੰ ਦਇਆ ਚਾਹੀਦੀ ਆ ਤਾਂ ਤੁਹਾਨੂੰ ਦਇਆ ਕਰਨੀ ਵੀ ਪਏਗੀ। ਜਿਹੜਾ ਦਇਆ ਕਰਾਂਗਾ ਉਹਦੇ ਤੇ ਦਇਆ ਹੋਵੇਗੀ, ਜਿਹੜਾ ਚੰਗੇ ਕੰਮ ਕਰੇਗਾ ਉਹਨੂੰ ਉੱਤਰ ਮਿਲੇਗਾ, ਜਿਹੜਾ ਧਾਰਮਿਕਤਾ ਦੇ ਕੰਮ ਕਰੇਗਾ ਉਹਨੂੰ ਉੱਤਰ ਮਿਲੇਗਾ, ਜਿਹੜਾ ਮੇਰੇ ਹੁਕਮਾਂ ਤੇ ਮੇਰੇ ਵਿਧੀਆਂ ਦੀ ਪਾਲਣਾ ਕਰੇਗਾ ਉਹ ਮੇਰਾ ਪੁੱਤਰ, ਮੇਰੀ ਧੀ ਹੋਵੇਗੀ। ਕਹਿੰਦਾ ਪਰ ਜਿਹੜਾ ਪਾਪ ਕਰਦਾ ਉਹ ਮੇਰਾ ਨਹੀਂ ਆ, ਜਿਹੜਾ ਮੇਰੇ ਹੁਕਮਾਂ ਦੀ ਉਲੰਘਣਾ ਕਰਦਾ ਉਹ ਮੇਰਾ ਨਹੀਂ ਆ। ਨਾ ਕਹਿੰਦਾ ਮੈਂ ਉਹਨੂੰ ਚੁਣਿਆ ਤੇ ਨਾ ਹੀ ਮੈਂ ਉਹਨੂੰ ਭੇਜਿਆ, ਜਿਹੜਾ ਮੇਰੀ ਇੱਛਾ ਦੇ ਅਨੁਸਾਰ ਨਹੀਂ ਚੱਲਦਾ। ਵਚਨ ਕਹਿੰਦਾ ਹਰ ਕੋਈ ਜਿਹੜਾ ਪਾਪ ਕਰਦਾ ਉਹ ਮੇਰੇ ਤੋਂ ਨਹੀਂ ਜੰਮਿਆ। ਇਸ ਕਰਕੇ ਪਾਪ ਜਿਹਦੀ ਜ਼ਿੰਦਗੀ 'ਚ ਆ ਉਹ ਇਸ ਗੱਲ ਦਾ ਵਹਿਮ ਕੱਢ ਦੇਵੇ ਵੀ ਪਿਤਾ ਪਰਮੇਸ਼ਰ ਆ, ਉਹ ਪਾਪੀਆਂ ਦਾ ਪਿਤਾ ਨਹੀਂ ਆ। ਉਹਨੇ ਪਾਪੀਆਂ ਨੂੰ ਬਦਲਣ ਦੇ ਲਈ ਮੌਕਾ ਬਹੁਤ ਦਿੱਤਾ, ਬਹੁਤ ਕਹਿੰਦਾ ਵੀ ਮੁੜ ਆਓ। ਉਹ ਹਾਂ ਇਹ ਜ਼ਰੂਰ ਕਹਿੰਦਾ ਵੀ ਪਾਪੀ ਪਾਪ ਤੋਂ ਮੁੜੇ ਮੇਰੇ ਕੋਲ ਆਵੇ ਫਿਰ ਉਹ ਮੇਰਾ ਧੀ, ਮੇਰਾ ਪੁੱਤਰ ਆ। ਪਰ ਜੇ ਉਹ ਪਾਪ ਨੂੰ ਵੀ ਨਾਲ ਹੀ ਰੱਖੇ ਤੇ ਪਾਪਾਂ ਨੂੰ ਇੱਕ ਹੱਥ ਫੜੇ ਤੇ ਦੂਜਾ ਹੱਥ ਮੇਰੇ ਵੱਲ ਵਧਾਵੇ ਤੇ ਫਿਰ ਮੈਂ ਨਹੀਂ ਉਹਦਾ ਸਾਥ ਦੇਵਾਂਗਾ, ਫਿਰ ਨਹੀਂ ਉਹ ਮੇਰਾ ਹੈਗਾ। ਬੇਸ਼ੱਕ ਮੈਂ ਪਾਪੀਆਂ ਨੂੰ ਚੁਣਨ ਦੇ ਲਈ ਆਇਆ, ਪਰ ਮੈਂ ਪਾਪੀਆਂ ਨੂੰ ਉਹਨਾਂ ਦੇ ਪਾਪ ਦੇ ਸਣੇ ਨਹੀਂ ਚੁਣਨ ਆਇਆ। ਮੈਂ ਉਹਨਾਂ ਪਾਪੀਆਂ ਨੂੰ ਚੁਣਾਂਗਾ ਜਿਹੜਾ ਸੱਚੀ ਤੌਬਾ ਕਰੇਗਾ ਕਿ ਪਰਮੇਸ਼ਰ ਅੱਜ ਤੋਂ ਮੈਂ ਪਾਪ ਨਹੀਂ ਕਰਾਂਗਾ। ਪਰ ਜਿਹੜਾ ਪਾਪ ਵੀ ਕਰੇਗਾ ਇੱਕ ਟਾਈਮ ਪਰਮੇਸ਼ਰ ਦਾ ਨਾਮ ਲੈ ਲੇਗਾ ਔਰ ਬਾਕੀ ਦੇ ਚਾਰੋਂ ਪੈਰ ਉਹ ਪਾਪ ਕਰੇਗਾ ਤਾਂ ਉਹ ਪਰਮੇਸ਼ਰ ਤੋਂ ਨਹੀਂ ਆ। ਵਚਨ ਕਹਿੰਦਾ ਕਿਉਂਕਿ ਪਰਮੇਸ਼ਰ ਦਾ ਬੀਜ ਉਸ ਵਿੱਚ ਰਹਿੰਦਾ ਅਤੇ ਉਹ ਪਾਪ ਨਹੀਂ ਕਰਦਾ। ਕਿਹਦੇ ਵਿੱਚ? ਧਰਮੀ ਦੇ ਵਿੱਚ। ਜਿਹੜਾ ਧਰਮੀ ਆ, ਜਿਹਨੇ ਸੱਚਾ ਪਛਤਾਪ ਕਰਕੇ ਪਾਪ ਤੋਂ ਮੁੜਿਆ ਆ, ਫਿਰ ਪਰਮੇਸ਼ਰ ਦੇ ਵਿੱਚ ਹੀ ਰਹਿੰਦਾ ਆ ਤੇ ਉਹ ਕਦੇ ਪਾਪ ਨਹੀਂ ਕਰਦਾ ਕਿਉਂਕਿ ਉਹ ਨਵੇਂ ਸਿਰਿਓਂ ਪਰਮੇਸ਼ਰ ਤੋਂ ਜੰਮਿਆ ਆ। ਉਹਨੇ ਆਪਣੇ ਆਪ ਨੂੰ ਇੱਕ ਨਵੇਂ ਸਰੂਪ 'ਚ ਢਾਲ ਲਿਆ, ਉਹ ਨਵੀਂ ਸ੍ਰਿਸ਼ਟੀ ਨੂੰ ਪਹਿਨ ਲਿਆ ਉਹਨੇ ਕਿ ਪਰਮੇਸ਼ਰ ਮੈਂ ਆਪਣੇ ਦਿਲ ਤੋਂ, ਪੂਰੇ ਆਤਮਾ ਤੋਂ ਇਕਰਾਰ ਕਰਦਾ ਆ ਕਿ ਅੱਜ ਤੋਂ ਮੇਰਾ ਸਰੀਰ ਸੰਸਾਰ ਵੱਲੋਂ ਖਤਮ ਤੇ ਮੈਂ ਤੇਰੇ ਵਿੱਚ ਜੀ ਉੱਠਿਆ ਆ। ਇਹ ਜੀਵਨ ਅੱਜ ਤੋਂ ਤੇਰਾ ਆ, ਮੈਂ ਤੇਰੇ 'ਚ ਰਵਾਂਗਾ, ਮੈਂ ਕੋਈ ਪਾਪ ਨਾ ਕਰਾਂਗਾ, ਮੈਂ ਕੋਈ ਅਪਰਾਧ ਨਾ ਕਰਾਂਗਾ। ਉਹ ਹੋਏਗਾ ਪਰਮੇਸ਼ਰ ਦਾ ਧੀ, ਪਰਮੇਸ਼ਰ ਦਾ ਪੁੱਤਰ। ਤੇ ਜੇ ਕੋਈ ਪਰਮੇਸ਼ਰ ਦੇ ਵਿੱਚ ਆਉਣ ਤੋਂ ਬਾਅਦ ਵੀ ਪਾਪ ਕਰ ਰਿਹਾ ਆ, ਦਿਨ ਦੇ ਵਿੱਚ ਇੱਕ ਟਾਈਮ ਪਰਮੇਸ਼ਰ ਤੇ ਬਾਕੀ ਟਾਈਮ ਪਾਪ ਚੱਲ ਰਿਹਾ, ਤਾਂ ਇਹ ਪਰਮੇਸ਼ਰ ਵੱਲੋਂ ਤਾਂ ਬਿਲਕੁਲ ਕਲੀਅਰ ਆ ਵੀ ਮੈਂ ਨਹੀਂ ਸੁਣਾਂਗਾ, ਨਾ ਮੈਂ ਉੱਤਰ ਦੇਵਾਂਗਾ ਕਿਉਂਕਿ ਤੁਸੀਂ ਮੇਰੇ ਨਹੀਂ ਆ। ਸਾਡੇ ਹੀ ਮਨਾਂ ਦੇ ਸ਼ੱਕ ਆ ਵੀ ਪਰਮੇਸ਼ਰ ਸਾਡੀ ਸੁਣੇ, ਸਾਨੂੰ ਉੱਤਰ ਦੇਵੇ। ਪਰ ਜਿਨ੍ਹਾਂ ਦੇ ਮਨਾਂ 'ਚ ਪਾਪ ਆ, ਜਿਹੜੇ ਪਾਪ 'ਚ ਕੁੱਬੇ ਹੋਏ ਆ, ਪਰਮੇਸ਼ਰ ਦਾ ਵਚਨ ਸਿੱਧੇ ਤਰੀਕੇ ਨਾਲ ਸਾਨੂੰ ਕੀ ਦੱਸਦਾ ਵੀ ਉਹ ਮੇਰੇ ਤੋਂ ਨਹੀਂ ਆ। ਤੇ ਜਿਹੜੇ ਪਰਮੇਸ਼ਰ ਤੋਂ ਨਹੀਂ ਆ, ਜਿਹੜੇ ਪਾਪ ਕਰਦੇ ਆ, ਕੀ ਸਜ਼ਾ ਹੋਏਗੀ ਉਹਨਾਂ ਦੀ? ਅਸੀਂ ਜਾਣਿਆ ਵੀ ਪਾਪ ਕੀ ਆ, ਹੁਣ ਅਸੀਂ ਜਾਣਾਂਗੇ ਵੀ ਪਾਪ ਦੀ ਆਖਿਰ ਸਜ਼ਾ ਹੈ ਕੀ ਆ। ਤਾਂ ਉਹ ਜਾਣਨ ਦੇ ਲਈ ਵਚਨ 'ਚੋਂ ਪੜਾਂਗੇ। ਪਹਿਲਾ ਕੁਰਿੰਥੀਓ ਦੇ 6 ਨੰਬਰ ਅਧਿਆਇ ਦੀ 10 ਨੰਬਰ ਆਇਤ ਨੂੰ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ। ਹਾਲੇਲੂਇਆ। ਅਸੀਂ ਪਰਮੇਸ਼ਰ ਵਿੱਚ ਆ ਗਏ, ਵਚਨ 'ਚੋਂ ਪੜ੍ਹਿਆ ਵੀ ਜਿਹੜੇ ਪਰਮੇਸ਼ਰ ਦੇ ਵਿੱਚ ਆ ਗਏ, ਪਰਮੇਸ਼ਰ 'ਚ ਵਿਸ਼ਵਾਸ ਰੱਖਣਗੇ, ਪ੍ਰਭੂ 'ਚ ਬਣੇ ਰਹਿਣਗੇ, ਉਹ ਸਵਰਗ ਦੇ ਅਧਿਕਾਰੀ ਹੋਣਗੇ। ਅਸੀਂ ਪੜ੍ਹਿਆ ਬਿਲਕੁਲ ਸਹੀ ਕਿ ਜਿਹੜੇ ਪਰਮੇਸ਼ਰ 'ਚ ਆ ਗਏ ਤੇ ਪਰਮੇਸ਼ਰ 'ਚ ਬਣੇ ਰਹਿਣਗੇ ਉਹ ਸਵਰਗ ਦੇ ਅਧਿਕਾਰੀ ਹੋਣਗੇ। ਪਰ ਅਸੀਂ ਪਰਮੇਸ਼ਰ 'ਚ ਆਏ ਹਾਂ ਪਰ ਪਰਮੇਸ਼ਰ 'ਚ ਬਣੇ ਨਹੀਂ ਰਹਿ ਪਾਏ। ਅਸੀਂ ਮੂੰਹ ਤੋਂ ਤਾਂ ਪਰਮੇਸ਼ਰ ਦਾ ਇਕਰਾਰ ਕਰਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਕੰਮ ਸਾਨੂੰ ਦੱਸ ਰਹੇ ਆ ਵੀ ਅਸੀਂ ਪਰਮੇਸ਼ਰ ਦੇ ਵਿੱਚ ਹੈਗੇ ਆ ਕਿ ਗੱਲਾਂ ਵਾਲੇ ਹੀ ਆ। ਜੇ ਵੇਖਿਆ ਜਾਵੇ ਤਾਂ ਅਸੀਂ 90% ਗੱਲਾਂ ਵਾਲੇ ਹੀ ਆ। ਅਸੀਂ ਸਿਰਫ ਕੁਝ ਕੁ ਪਲਾਂ ਦੀ ਪ੍ਰੇਅਰ ਕਰਕੇ ਆਪਣੇ ਆਪ ਨੂੰ ਧਰਮੀ ਦੱਸਣ ਲੱਗ ਜਾਂਦੇ ਹਾਂ, ਪਰ ਬਾਕੀ ਦੇ ਘੰਟਿਆਂ ਦੇ ਵਿੱਚ ਅਸੀਂ ਕੀ ਕਾਂਡ ਕਰਦੇ ਹਾਂ ਉਹ ਅਸੀਂ ਭੁੱਲ ਜਾਂਦੇ ਹਾਂ। ਤਾਂ ਵਚਨ ਕਹਿੰਦਾ ਵੀ ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ, ਕੁੱਲ ਮਿਲਾ ਕੇ ਪਾਪ ਕਰਨ ਵਾਲੇ, ਕਿਉਂਕਿ ਚੋਰੀ ਨਾ ਕਰ ਇਹ ਹੁਕਮ 'ਚ ਲਿਖਿਆ ਤੇ ਹੁਕਮ ਨੂੰ ਤੋੜਨਾ ਪਾਪ ਆ।
परमेश्वर कहता अपने शब्दां की हेर फेर ना कर, सारे पाप शब्दां की हेर फेर नाल हुंदे आ। ये हुक्म है ते हुक्म नूं असीं तोड़िया, असीं गालां कड्डियां, व्यर्थ दे शब्द बोले, हुक्म नूं तोड़ दिता। हुक्म नूं तोड़ना पाप है ते असीं पापी हैं। ते कहंदा जिन्हां ने ये सब कुछ कीता, मतलब कुल मिला के पापी होणगे जिहड़े, जिन्हां ने तौबा नहीं कीती ਉਹ ਵੀ, ਤੇ ਜਿਹੜੇ ਤੌਬਾ ਕਰਨ ਤੋਂ ਬਾਅਦ ਫਿਰ ਤੋਂ ਮੁੜ ਕੇ ਪਾਪ 'ਚ ਚਲੇ ਗਏ ਉਹ ਵੀ, ਉਹਨਾਂ ਦੇ ਲਈ ਪਰਮੇਸ਼ਰ ਵੱਲੋਂ ਫਰਮਾਨ ਆਇਆ ਕਿ ਉਹ ਕੀ ਹੋਣਗੇ, ਸਵਰਗ ਰਾਜ ਦੇ ਵਿੱਚੋਂ ਬਾਹਰ ਕੱਢੇ ਜਾਣਗੇ। ਉਹ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਪਹਿਲਾਂ ਸਾਨੂੰ ਸਵਰਗ ਨਰਕ ਦਾ ਕੁਛ ਨਹੀਂ ਪਤਾ ਸੀ। ਪਹਿਲਾਂ ਸਾਨੂੰ ਆਹੀ ਦੱਸਿਆ ਜਾਂਦਾ ਸੀ ਵੀ ਸਵਰਗ ਨਰਕ ਸਭ ਕੁਛ ਇੱਥੇ ਹੀ ਆ, ਤੇ ਜਦੋਂ ਪਰਮੇਸ਼ਰ 'ਚ ਆ ਕੇ ਸਾਨੂੰ ਪਤਾ ਵੀ ਸਵਰਗ ਨਰਕ ਇੱਥੇ ਨਹੀਂ ਆ, ਸਵਰਗ ਨਰਕ ਤਾਂ ਉੱਪਰ ਆ। परमेश्वर कोल आ स्वर्ग, परमेश्वर स्वर्ग च रहिंदा। जे आ स्वर्ग होवे ते इत्थे मौत ना होवे। ते जदों असीं स्वर्ग नरक दा फर्क पता कर लिया, पर की फायदा कल्ला फर्क पता करके, क्योंकि असीं उत्थों दे अधिकारी तां बनन दे योग हजे होए नहीं। सिर्फ वचन नूं सुनना, वचन नूं याद रखना ही काफ़ी नहीं आ, वचन नूं पूरा करना जरूरी आ। भावें तुसीं पूरी बाइबल का रट्टा मार लो, दसे हुक्मां का रट्टा मार लो, तुहानूं सारे हुक्म याद होण, आत्मिक फल याद होण, पर जे तुसीं उन्हां हुक्मां की पालना नहीं करदे, व्यर्थ आ। सिर्फ याद रखना व्यर्थ आ, पर उन्हां दी पालना करना जरूरी आ। बेशक तुहानूं याद ना होवे, पर तुहानूं बुराई तो डर लगे, पाप तो डर लगे, बेशक तुहानूं वार वार वचन बाइबल चों कढ के पढ़ना पवे, पर भै तां होवे ना तुहाडे मन च भी हाँ मैं उन्हां वचनां दी उलंघना करनी नहीं गी। याद रखना चंगी गल आ, पर पूरी करना बहुत चंगी गल आ। ते जे बहुत चंगे असीं होवांगे फिर स्वर्ग दे अधिकारी होवांगे, पर जे चोर होवांगे, लालची होवांगे, शराबी होवांगे, शब्दां दी हेर फेर करन वाले लुटेरे अनाग्याकार होवांगे, तां सिद्धे तरीके नाल कहंदा भी तुसीं मेरे राज दे अधिकारी नहीं होवोगे। हालेलुया। तां जिहड़े परमेश्वर दे राज दे अधिकारी नहीं होणगे, फिर वो कित्थों दे अधिकारी होणगे, वो जानन दे लई लास्ट वचन चों पढ़ांगे रोमिया 6:23 नंबर आयत नूं। क्यों जो पाप दी मजदूरी तां मौत है, पर परमेश्वर दा वरदान साडे प्रभु यीशु मसीह विच सदीपक जीवन है। हालेलुया। आखिरी वचन सानू सिद्धे अते साफ शब्दां विच दस रहा कि व्यवस्था नूं तोड़ना, परमेश्वर दे नेम नूं तोड़ना पाप आ, परमेश्वर दे हुक्मां दी उलंघना करनी पाप आ। ते परमेश्वर दे हुक्म असीं अज जान लए भी किहड़े-किहड़े हुक्म है जिन्हां नूं तोड़ना पाप आ। ते पाप दी मजदूरी की आ, मौत आ। हुण इस संसार की मौत एक अलग गल आ। इस संसार दे विच असीं चाहे किन्ना भी धर्मी बन जाइए, किन्नी भी मेहनत कर लईए, इस संसार विच असीं अमर नहीं हो सकते। इस संसार दे विच जिहड़ा साडा वो मरना तय आ। पर इस मौत तो बाद क्यामत वाला दिन, जदों न्याय वाला दिन आएगा, खास करके न्याय वाले दिन की होएगा, जदों साडे जीवन की पोथी खोली जाएगी, उदों साडी दूजी मौत ते दूजे जीवन का न्याय होएगा। तो जिहड़े पापी होणगे, पाप विच ही मर गए, जिन्हां नूं तौबा करन दा मौका नहीं मिलिया, या फिर जिन्हां ने तौबा कीती ते फिर पाप च डिग गए अते फिर वो पाप विच ही मर गए, ਤਾਂ ਉਹ ਦੂਜੀ ਮੌਤ ਦੇ ਅਧਿਕਾਰੀ ਹੋਣਗੇ, ਜਿਹੜੀ ਸਦਾ ਦੀ ਮੌਤ ਹੋਏਗੀ। ਸਦਾ ਦੀ ਮੌਤ ਅਸੀਂ ਜਾਣਦੇ ਹਾਂ ਗੰਧਕ ਦੀ ਝੀਲ ਹੋਏਗੀ, ਉਹ ਅੱਗ ਜਿਹੜੀ ਸਦਾ ਤੱਕ ਬਲੇਗੀ, ਜਿੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਵੀ ਸਦਾ ਸਦਾ ਦਾ ਹੋਏਗਾ। ਪਰ ਜਿਹੜੇ ਪਾਪ ਤੋਂ ਮੁੜੇ ਆਉਣਗੇ, ਜਿਹੜੇ ਪਾਪ ਤੋਂ ਤੌਬਾ ਕਰ ਲੈਣਗੇ ਔਰ ਮੁੜ ਕੇ ਕਦੇ ਪਾਪ ਨਾ ਕਰਨਗੇ, ਪਾਪਾਂ ਵਾਲੀ ਜ਼ਿੰਦਗੀ ਤੋਂ ਤੌਬਾ ਕੀਤੇ ਹੋਏ ਸਮੇਂ ਵਿੱਚ ਧਾਰਮਿਕਤਾ ਦੇ ਵਿੱਚ ਜਿਹੜੇ ਮਰ ਜਾਣਗੇ, ਉਹ ਯੀਸ਼ੂ ਮਸੀਹ ਦੇ ਵਿੱਚ ਸਦੀਪਕ ਜੀਵਨ ਨੂੰ ਪ੍ਰਾਪਤ ਕਰਨਗੇ। ਹਾਲੇਲੂਇਆ। ਜੇ ਪਾਪ ਕਰਾਂਗੇ ਤਾਂ ਸਦੀਪਕ ਮੌਤ ਹੋਏਗੀ। ਜੇ ਪਾਪਾਂ ਤੋਂ ਤੌਬਾ ਕਰਕੇ ਮੁੜ ਆਵਾਂਗੇ ਅਤੇ ਪਰਮੇਸ਼ਰ 'ਚ ਬਣੇ ਰਵਾਂਗੇ, ਅੰਤ ਤੱਕ ਆਖਰੀ ਸਾਹ ਤੱਕ ਵਫਾਦਾਰੀ ਨਾਲ ਬਣੇ ਰਵਾਂਗੇ, ਫਿਰ ਸਾਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੇ ਵਿੱਚ ਸਦਾ ਦਾ ਜੀਵਨ ਮਿਲੇਗਾ। ਹਾਲੇਲੂਇਆ। ਹੁਣ ਡਿਸਾਈਡ ਅਸੀਂ ਕਰਨਾ ਆ ਕਿ ਅਸੀਂ ਸਦਾ ਦੀ ਮੌਤ ਵਿੱਚ ਜਾਣਾ ਆ ਕਿ ਸਦਾ ਦੇ ਜੀਵਨ 'ਚ ਜਾਣਾ ਆ। ਤਾਂ ਜੇ ਸਾਡੇ ਤੋਂ ਗਲਤੀਆਂ, ਗੁਨਾਹ, ਪਾਪ, ਅਪਰਾਧ ਹੋਏ ਆ, ਉਹਦੀ ਸੱਚੀ ਤੌਬਾ ਕਰ ਲਈਏ ਤਾਂ ਅਸੀਂ ਸਦਾ ਦੇ ਜੀਵਨ ਵਿੱਚ ਪਹੁੰਚ ਜਾਈਏ। ਹਾਲੇਲੂਇਆ। ਤਾਂ ਆਓ ਜੇ ਆਪਾਂ ਸਾਰੇ ਆਪਣੀ ਜ਼ਿੰਦਗੀ ਭਰਦੇ ਹੋਏ ਸਾਰੇ ਗਲਤੀਆਂ, ਗੁਨਾਹਾਂ, ਪਾਪਾਂ, ਅਪਰਾਧਾਂ ਦੀ ਤੌਬਾ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ।
ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਕਰਦੇ ਖੁਦਾਵੰਦ ਖੁਦਾ ਪਵਿੱਤਰ ਪਰਮੇਸ਼ਰ, ਤੁਹਾਡੀ ਤਾਰੀਫ 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 ਕਰਦੇ ਹਾਂ ਮਹਾਨ ਪਿਤਾ ਜੀ। ਤੁਸੀਂ ਸੱਚਮੁੱਚ ਮਹਿਮਾ ਦੇ ਯੋਗ ਪਰਮੇਸ਼ਰ ਹੋ ਪ੍ਰਭੂ ਜੀ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ ਪਿਤਾ, ਆਜ਼ਾਦ ਕਰਨ ਵਾਲੇ ਪਰਮੇਸ਼ਰ ਹੋ, ਸਦਾ ਦਾ ਜੀਵਨ ਦੇਣ ਵਾਲੇ ਪਰਮੇਸ਼ਰ ਹੋ ਖੁਦਾਵੰਦ। ਸੱਚਮੁੱਚ ਯਹੋਵਾ ਸੱਚਾ ਨਿਆਂਕਾਰ ਹੈ ਪ੍ਰਭੂ ਜੀ। ਤੁਸੀਂ ਅੱਜ ਤੱਕ ਸਾਨੂੰ ਸੰਭਾਲਿਆ, ਬਖਸ਼ਿਆ, ਰਚਿਆ ਖੁਦਾਵੰਦ। ਰਾਤ ਭਰ ਦੇ ਵਿੱਚ ਸੰਭਾਲਿਆ, ਮਿੱਠੀ ਪਿਆਰੀ ਨੀਂਦ ਦਿੱਤੀ। ਅੱਜ ਦਾ ਸੋਹਣਾ ਦਿਨ ਸਾਡੀਆਂ ਜ਼ਿੰਦਗੀਆਂ 'ਚ ਲੈ ਕੇ ਆਂਦਾ ਪਿਤਾ ਜੀ। ਨਵੇਂ ਸਾਹ ਅਤੇ ਨਵੀਂ ਜ਼ਿੰਦਗੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਜੀ। ਅੱਜ ਦੇ ਦਿਨ ਦੇ ਮੌਕੇ ਦੇ ਲਈ ਤੁਹਾਡਾ ਸ਼ੁਕਰਾਨਾ ਕਰਦੇ ਪਿਤਾ ਪਰਮੇਸ਼ਰ, ਜੋ ਅੱਜ ਦਾ ਦਿਨ ਇੱਕ ਨਵੇਂ ਮੌਕੇ ਦੇ ਰੂਪ ਦੇ ਵਿੱਚ ਤੁਸੀਂ ਸਾਨੂੰ ਦਿੱਤਾ ਪ੍ਰਭੂ ਜੀ, ਜੋ ਅਸੀਂ ਆਪਣੇ ਪਾਪਾਂ ਤੋਂ ਤੌਬਾ ਕਰ ਲਈਏ, ਤੁਹਾਡੇ ਰਾਜ ਦੇ ਵੱਲ ਵੱਧ ਜਾਈਏ ਪਿਤਾ ਪਰਮੇਸ਼ਰ, ਤੁਹਾਡੇ ਨਾਮ ਦੇ ਵਿੱਚ ਬਣੇ ਰਹੀਏ, ਵਫਾਦਾਰੀ ਦੀ ਚਾਲ ਚੱਲੀਏ, ਧਾਰਮਿਕਤਾ ਨੂੰ ਪਹਿਲ ਲਈਏ ਅਤੇ ਪਾਪਾਂ ਨੂੰ ਤਿਆਗ ਦਈਏ ਪਿਤਾ ਪਰਮੇਸ਼ਰ। ਸੱਚਮੁੱਚ ਅਨੇਕਾਂ ਹੀ ਗਲਤੀਆਂ, ਗੁਨਾਹ, ਪਾਪ ਅਤੇ ਅਪਰਾਧ ਸਾਤੋਂ ਹੋਏ ਨੇ ਪਿਤਾ ਜੀ, ਕਿਉਂ ਜੋ ਅਸੀਂ ਸੱਚਮੁੱਚ ਪਾਪੀ ਹਾਂ ਪਿਤਾ, ਅਣਆਗਿਆਕਾਰ ਹਾਂ ਪ੍ਰਭੂ ਜੀ, ਦੋਸ਼ੀ ਹਾਂ ਪਿਤਾ ਪਰਮੇਸ਼ਰ। ਸੱਚਮੁੱਚ ਅਸੀਂ ਜਾਣੇ ਅਤੇ ਅਣਜਾਣੇ ਦੇ ਵਿੱਚ ਖੁਦਾਵੰਦ ਅਨੇਕਾਂ ਹੀ ਗਲਤੀਆਂ, ਗੁਨਾਹ, ਪਾਪ ਅਤੇ ਅਪਰਾਧ ਕੀਤੇ ਪਿਤਾ ਪਰਮੇਸ਼ਰ। ਤੁਸੀਂ ਬਖਸ਼ਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ, ਬਖਸ਼ ਲਓ ਖੁਦਾਵੰਦ, ਦਇਆ ਕਰੋ ਪਰਮੇਸ਼ਰ ਪਿਤਾ ਖੁਦਾਵੰਦ। ਸੱਚਮੁੱਚ ਪ੍ਰਭੂ ਜੀ, ਜੋ ਤੁਸੀਂ ਆਪਣੇ ਅਨਮੋਲ ਵਚਨਾਂ ਦੇ ਦੁਆਰਾ ਸਾਨੂੰ ਦੱਸਿਆ ਪ੍ਰਭੂ ਜੀ ਕਿ ਜੋ ਕੋਈ ਵਿਵਸਥਾ ਨੂੰ ਤੋੜਦਾ ਆ ਉਹ ਪਾਪ ਕਰਦਾ ਪਿਤਾ ਪਰਮੇਸ਼ਰ। ਜੋ ਨਵਾਂ ਨੇਮ ਸਾਡੇ ਨਾਲ ਤੁਸੀਂ ਬੰਨਿਆ ਪਿਤਾ ਜੀ, ਨਵੇਂ ਹੁਕਮ ਅਤੇ ਵਿਧੀਆਂ ਜੋ ਤੁਸੀਂ ਸਾਨੂੰ ਦਿੱਤੇ ਪਿਤਾ, ਨਵਾਂ ਜੀਵਨ ਅਤੇ ਨਵੀਂ ਸ੍ਰਿਸ਼ਟੀ ਸਾਡੇ ਲਈ ਰਚੀ ਪਿਤਾ ਪਰਮੇਸ਼ਰ। ਅਸੀਂ ਅਨੇਕਾਂ ਹੀ ਗਲਤੀਆਂ, ਗੁਨਾਹ, ਪਾਪ, ਅਪਰਾਧ ਕਰ ਬੈਠੇ ਪਿਤਾ ਜੀ, ਤੁਹਾਡੇ ਵਚਨਾਂ ਦੀ ਉਲੰਘਣਾ ਸਾਥੋਂ ਹੋਈ ਪਿਤਾ। ਅਸੀਂ ਆਪਣੇ ਸ਼ਬਦਾਂ ਦੀ ਹੇਰ ਫੇਰ ਦੇ ਦੁਆਰਾ ਤੁਹਾਨੂੰ ਉਦਾਸ ਅਤੇ ਨਿਰਾਸ਼ ਕੀਤਾ ਪਿਤਾ ਜੀ। ਸਾਡੇ ਸ਼ਬਦਾਂ ਨੇ ਸੱਚਮੁੱਚ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਅਤੇ ਸਾਡੇ ਕੰਮਾਂ ਦੇ ਦੁਆਰਾ ਤੁਸੀਂ ਅਫਸੋਸ ਕੀਤਾ ਪਿਤਾ। ਮਾਫ ਕਰੋ ਪਿਤਾ ਜੀ, ਦਇਆ ਕਰੋ ਖੁਦਾਵੰਦ, ਬਖਸ਼ ਲਓ ਪਰਮੇਸ਼ਰ ਪਿਤਾ। ਆਉਣ ਵਾਲੇ ਹਰ ਇੱਕ ਪਲ ਦੇ ਵਿੱਚ ਖਰੀ ਚਾਲ ਚੱਲਣ ਦੇ ਵਿੱਚ ਸਾਡੀ ਮਦਦ, ਸਹਾਇਤਾ, ਅਗਵਾਈ ਕਰੋ ਪਰਮੇਸ਼ਰ ਪਿਤਾ। ਦਇਆ ਕਰੋ ਮਹਾਨ ਖੁਦਾਵੰਦ, ਹਾਲੇਲੂਇਆ। ਦਇਆ ਕਰੋ ਪਿਤਾ ਪਰਮੇਸ਼ਰ। ਸੱਚਮੁੱਚ ਸਾਡੇ ਤੋਂ ਹੋਏ ਹਰ ਇੱਕ ਗਲਤੀ, ਗੁਨਾਹ, ਪਾਪ, ਅਪਰਾਧ ਤੋਂ ਮਾਫ ਕਰੋ ਪ੍ਰਭੂ ਜੀ। ਸੱਚਮੁੱਚ ਅਸੀਂ ਤੁਹਾਡੇ ਸਾਹਮਣੇ ਖੜੇ ਹੋਣ ਦੇ ਯੋਗ ਨਹੀਂ ਆ ਪਿਤਾ ਪਰਮੇਸ਼ਰ। ਅਸੀਂ ਆਪਣੇ ਸਿਰਾਂ ਨੂੰ ਤੁਹਾਡੀ ਹਜ਼ੂਰੀ ਅੱਗੇ ਝੁਕਾਉਣੇ ਪਿਤਾ ਪਰਮੇਸ਼ਰ, ਆਪਣੀਆਂ ਆਤਮਾ ਦੇ ਵਿੱਚ ਨਮਰ ਹੁੰਦੇ ਹੋਏ ਪਿਤਾ ਪਰਮੇਸ਼ਰ, ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਨੇ ਪਿਤਾ ਪਰਮੇਸ਼ਰ। ਅੱਜ ਸਾਨੂੰ ਨਵੇਂ ਸਿਰਿਓਂ ਸ਼ੁੱਧ ਕਰੋ ਪ੍ਰਭੂ ਜੀ। ਪੁਰਾਣੇ ਸਮੇਂ ਦੇ ਵਿੱਚ, ਪੁਰਾਣੇ ਦਿਨਾਂ ਦੇ ਵਿੱਚ ਹੋਏ ਸਾਰੇ ਪਾਪਾਂ ਤੋਂ ਸਾਨੂੰ ਮਾਫ ਕਰੋ। ਅੱਜ ਦੇ ਨਵੇਂ ਦਿਨ ਦੇ ਵਿੱਚ ਨਵੀਂ ਜ਼ਿੰਦਗੀ, ਨਵਾਂ ਮੌਕਾ ਤੇ ਨਵੇਂ ਸਰੂਪ ਦੇ ਵਿੱਚ ਸਾਨੂੰ ਬਣਾਓ ਪਿਤਾ ਜੀ, ਤਾਂ ਜੋ ਤੁਹਾਡੇ ਵਚਨਾਂ ਦੀ ਪਾਲਣਾ ਕਰ ਸਕੀਏ। ਸਾਡੇ ਤੋਂ ਤੁਹਾਡੇ ਇੱਕ ਵੀ ਹੁਕਮ ਦੀ ਉਲੰਘਣਾ ਨਾ ਹੋਵੇ ਪਿਤਾ ਪਰਮੇਸ਼ਰ। ਅਸੀਂ ਤੁਹਾਡੇ ਹਰ ਇੱਕ ਹੁਕਮ ਦੀ ਪਾਲਣਾ ਕਰੀਏ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਤੁਸੀਂ ਕਿਹਾ ਚੋਰੀ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ ਅਤੇ ਆਪਣੇ ਮਾਂ-ਬਾਪ ਦਾ ਆਦਰ ਕਰ। ਖੁਦਾਵੰਦ ਤੁਹਾਡੇ ਹਰ ਇੱਕ ਹੁਕਮ ਅਤੇ ਵਿਧੀ ਸਾਡੇ ਦਿਲ ਦੇ ਅੰਦਰ ਜਮ੍ਹਾਂ ਹੋ ਜਾਵੇ ਖੁਦਾਵੰਦ। ਸਾਨੂੰ ਪਾਪ ਤੋਂ ਭੈ ਹੋਵੇ ਪ੍ਰਭੂ ਜੀ। ਹਰ ਇੱਕ ਗਲਤ ਕੰਮ ਕਰਨ ਤੋਂ ਪਹਿਲਾਂ ਸਾਡੇ ਹੱਥ ਰੁਕ ਜਾਣ ਅਤੇ ਉਸੇ ਸਮੇਂ ਤੌਬਾ ਕਰਨ ਖੁਦਾਵੰਦ। ਸਾਡੇ ਕਦਮ ਸਾਰੇ ਗਲਤ ਰਾਹਾਂ ਤੋਂ ਮੁੜੇ ਆਉਣ ਪਰਮੇਸ਼ਰ ਪਿਤਾ। ਜਿੰਨੇ ਵੀ ਭੈਣ ਭਰਾ ਪਿਤਾ ਜੀ ਵਿਭਚਾਰ ਦੇ ਵਿੱਚ ਫਸੇ ਹੋਏ ਨੇ, ਅੱਜ ਉਹਨਾਂ ਸਾਰਿਆਂ ਨੂੰ ਇਸ ਵਿਭਚਾਰ ਦੀ ਸਪਿਰਿਟ ਤੋਂ ਆਜ਼ਾਦ ਕਰੋ ਖੁਦਾਵੰਦ। ਜੋ ਆਪਣੀ ਸ਼ਬਦਾਂ ਦੀ ਹੇਰ ਫੇਰ ਨਾਲ ਠੱਗੀਆਂ ਕਰਦੇ ਨੇ, ਝੂਠੀਆਂ ਗਵਾਹੀਆਂ ਦਿੰਦੇ ਨੇ ਖੁਦਾਵੰਦ, ਅੱਜ ਸਾਡੇ ਸ਼ਬਦਾਂ ਨੂੰ ਸ਼ੁੱਧ ਕਰੋ ਪਿਤਾ ਪਰਮੇਸ਼ਰ। ਅੱਜ ਤੋਂ ਸਾਡੇ ਲਈ ਕਿਸੇ ਵੀ ਤਰ੍ਹਾਂ ਦਾ ਪਿਤਾ ਤੁਹਾਡੇ ਮਨ 'ਚ ਨਿਰਾਸ਼ਾ ਨਾ ਹੋਵੇ, ਉਦਾਸੀ ਨਾ ਹੋਵੇ, ਸਜ਼ਾ ਦਾ ਯੋਗ ਨਾ ਹੋਏ ਪਿਤਾ ਜੀ। ਅੱਜ ਤੋਂ ਸੱਚਮੁੱਚ ਸਾਡੇ ਲਈ ਆਪਣੇ ਦਿਲ ਨੂੰ ਸਾਫ਼ ਕਰੋ ਪਿਤਾ ਜੀ, ਔਰ ਸਾਨੂੰ ਇਹਨਾਂ ਸਾਰੇ ਅਪਰਾਧਾਂ ਤੋਂ ਸ਼ੁੱਧ ਕਰੋ ਖੁਦਾਵੰਦ। ਅੱਜ ਤੋਂ ਸਾਡੇ ਸ਼ਬਦਾਂ ਦੇ ਵਿੱਚ ਹੇਰ ਫੇਰ ਨਾ, ਪਰ ਹਮੇਸ਼ਾ ਧੰਨਵਾਦ ਅਤੇ ਤੌਬਾ ਹੋਵੇ ਪਿਤਾ। ਹਰ ਵੇਲੇ ਅਸੀਂ ਸ਼ੁਕਰਾਨੇ ਦੀਆਂ ਭੇਟਾਂ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚੇ ਪਰਮੇਸ਼ਰ ਪਿਤਾ। ਸੱਚਮੁੱਚ ਅਸੀਂ ਆਪਣੇ ਸ਼ਬਦਾਂ ਦੇ ਪਾਪਾਂ ਦੇ ਦੁਆਰਾ, ਵੇਖਣ ਦੇ ਦੁਆਰਾ, ਸੁਣਨ ਦੇ ਦੁਆਰਾ, ਕਿਸੇ ਵੀ ਪਾਪ ਦੇ ਦੁਆਰਾ ਪਿਤਾ ਪਰਮੇਸ਼ਰ ਤੁਹਾਡੇ ਸਵਰਗ ਦੇ ਰਾਜ ਤੋਂ ਵਾਂਝੇ ਨਾ ਰਹਿ ਜਾਈਏ ਪਿਤਾ ਪਰਮੇਸ਼ਰ। ਅਸੀਂ ਤੁਹਾਡੇ ਸਵਰਗ ਦੇ ਰਾਜ ਦੇ ਅਧਿਕਾਰੀ ਹੋਈਏ ਪਿਤਾ ਜੀ। ਸਾਰੇ ਲੋਭ ਤੋਂ, ਹਰ ਤਰ੍ਹਾਂ ਦੇ ਪਾਪ ਤੋਂ ਸਾਨੂੰ ਆਜ਼ਾਦ ਕਰੋ, ਫ੍ਰੀ ਕਰੋ, ਸ਼ੁੱਧ ਕਰੋ। ਦਇਆ ਖੁਦਾਵੰਦ ਮਹਾਨ ਪਿਤਾ ਪਰਮੇਸ਼ਰ, ਤੁਸੀਂ ਦਇਆ ਦੇ ਸਾਗਰ ਹੋ, ਤੁਸੀਂ ਦਿਆਲੂ ਪਰਮੇਸ਼ਰ ਹੋ। ਤੁਹਾਡੀ ਦਇਆ ਆਕਾਸ਼ ਅਤੇ ਧਰਤੀ ਤੋਂ ਵੀ ਅਨਮੋਲ ਹੈ ਪਿਤਾ ਪਰਮੇਸ਼ਰ। ਸੱਚਮੁੱਚ ਬਹੁਤ ਵੱਡੀ ਦਇਆ ਨੂੰ ਅੱਜ ਸਾਡੀ ਜ਼ਿੰਦਗੀ 'ਚ ਭੇਜੋ ਪਿਤਾ ਜੀ। ਅਸੀਂ ਸ਼ੈਤਾਨ ਦੀ ਸੰਤਾਨ ਨਾ ਕਹਾਏ ਜਾਈਏ ਪਿਤਾ ਪਰਮੇਸ਼ਰ। ਸਾਡੇ ਕੰਮ ਸ਼ੈਤਾਨੀ ਨਾ ਹੋਣ ਪਿਤਾ ਜੀ। ਸੱਚਮੁੱਚ ਅਸੀਂ ਨਸ਼ਟ ਕਰਨ ਵਾਲੇ ਹਰ ਇੱਕ ਸਪਿਰਿਟ ਤੋਂ ਅੱਜ ਆਜ਼ਾਦ ਕੀਤੇ ਜਾਈਏ, ਜੋ ਸਾਡੀਆਂ ਜ਼ਿੰਦਗੀ
ਜ਼ਿੰਦਗੀਆਂ ਨੂੰ ਭ੍ਰਿਸ਼ਟ ਕਰਦੀ ਹੈ ਪਿਤਾ। ਅੱਜ ਤੋਂ ਸਾਡਾ ਉੱਠਣਾ ਬੈਠਣਾ ਬੋਲਣਾ ਸੋਚਣਾ ਚੱਲਣਾ ਫਿਰਨਾ ਬਦਲ ਜਾਵੇ ਪਿਤਾ ਜੀ। ਅੱਜ ਤੋਂ ਅਸੀਂ ਖਰੀ ਚਾਲ ਚੱਲੀਏ ਖੁਦਾਵੰਦ, ਪਵਿੱਤਰਤਾਈ ਦੇ ਵਿੱਚ ਬਣੇ ਰਹੀਏ ਪ੍ਰਭੂ ਜੀ, ਔਰ ਤੁਹਾਡੀ ਸੰਤਾਨ ਕਹੇ ਜਾਣ ਦੇ ਯੋਗ ਹੋਈਏ। ਅਸੀਂ ਗਰਵ ਦੇ ਨਾਲ ਤੁਹਾਨੂੰ ਪਿਤਾ ਪਰਮੇਸ਼ਰ ਆਖੀਏ ਤੇ ਤੁਸੀਂ ਇੱਕ ਪੁੱਤਰ ਦੀ ਤਰ੍ਹਾਂ ਸਾਡੀ ਸੰਭਾਲ ਕਰੋ ਤੇ ਸਾਡੀ ਆਵਾਜ਼ ਨੂੰ ਸੁਣੋ ਔਰ ਸਾਡਾ ਬਦਲਾਵ ਕਰੋ ਪਰਮੇਸ਼ਰ ਪਿਤਾ ਜੀ। ਸੱਚਮੁੱਚ ਇਸ ਪਾਪ ਦੀ ਮਜ਼ਦੂਰੀ ਤੋਂ ਸਾਨੂੰ ਬਖਸ਼ ਲਓ ਪਿਤਾ ਪਰਮੇਸ਼ਰ, ਦਇਆ ਕਰੋ ਮਹਾਨ ਪਰਮੇਸ਼ਰ ਪਿਤਾ। ਤੁਸੀਂ ਬਖਸ਼ਣ ਵਾਲੇ ਪਰਮੇਸ਼ਰ ਪ੍ਰਭੂ ਜੀ, ਕਿਰਪਾ ਅਤੇ ਦਇਆ ਦੇ ਸਾਗਰ ਹੋ ਖੁਦਾਵੰਦ, ਦਇਆ ਕਰੋ ਮਹਾਨ ਪਿਤਾ ਪਰਮੇਸ਼ਰ ਖੁਦਾਵੰਦ। ਸੱਚਮੁੱਚ ਤੁਸੀਂ ਵਚਨ ਦੇ ਵਿੱਚ ਕਿਹਾ ਹੈ ਪਰਮੇਸ਼ਰ ਪਿਤਾ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਇਹ ਨਿਸ਼ਾਨ ਹੋਣਗੇ ਕਿ ਉਹ ਰੋਗੀਆਂ ਤੇ ਹੱਥ ਰੱਖਣਗੇ, ਬਿਮਾਰਾਂ ਲਈ ਦੁਆ ਕਰਨਗੇ ਤੇ ਉਹ ਚੰਗੇ ਹੋ ਜਾਣਗੇ। ਅੱਜ ਅਸੀਂ ਸਭ ਦੇ ਸਭ ਮਿਲ ਕੇ ਪਿਤਾ ਪਰਮੇਸ਼ਰ ਦੁਆ ਕਰਦੇ ਉਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਲਈ ਪਿਤਾ ਜੀ, ਜਿਨ੍ਹਾਂ ਨੇ ਆਪਣੀ ਪ੍ਰੇ ਰਿਕੁਐਸਟ ਤੁਹਾਡੀ ਹਜ਼ੂਰੀ ਦੇ ਵਿੱਚ ਭੇਜੀ ਪਿਤਾ ਪਰਮੇਸ਼ਰ। ਤੁਹਾਡੇ ਤਾਕਤਵਰ ਹੱਥਾਂ ਦੇ ਵਿੱਚ ਸੌਂਪਦੇ ਨੇ ਪਿਤਾ ਪਰਮੇਸ਼ਰ ਤੁਹਾਡੀ ਬੇਟੀ ਅਵਨੀਤ ਕੌਰ ਨੂੰ ਪ੍ਰਭੂ ਜੀ। ਉਹਨਾਂ ਦੇ ਆਪਰੇਸ਼ਨ ਦੇ ਵਿੱਚ ਜੋ ਦੁੱਖ ਰੋਗ ਬਿਮਾਰੀਆਂ ਪਰੇਸ਼ਾਨੀਆਂ ਉਹਨਾਂ ਨੂੰ ਹੋ ਰਹੀਆਂ ਨੇ ਪਰਮੇਸ਼ਰ ਪਿਤਾ, ਜੋ ਉਹਨਾਂ ਦੇ ਦਰਦਾਂ ਪੀੜਾਂ ਹੋ ਰਹੀਆਂ ਨੇ, ਉਹਨਾਂ ਸਾਰੇ ਦੁੱਖਾਂ ਰੋਗਾਂ ਦਰਦਾਂ ਪੀੜਾਂ ਤੋਂ ਉਸ ਭੈਣ ਨੂੰ ਆਜ਼ਾਦ ਕਰੋ ਪਿਤਾ ਪਰਮੇਸ਼ਰ, ਫ੍ਰੀ ਕਰੋ ਪਿਤਾ ਜੀ। ਤੁਹਾਡੇ ਬੇਟੇ ਕਮਲਜੀਤ ਸਿੰਘ ਲਈ ਦੁਆ ਕਰਦੇ ਆ, ਸਰੀਰਕ ਕਮਜ਼ੋਰੀਆਂ ਕਮੀਆਂ ਘਟੀਆਂ ਨੂੰ ਦੂਰ ਕਰੋ, ਉਹਨਾਂ ਦੇ ਸਰੀਰ ਦੇ ਸਾਰੇ ਸੈੱਲ ਨੂੰ ਕੰਪਲੀਟ ਕਰੋ ਪਿਤਾ ਪਰਮੇਸ਼ਰ, ਉਹਨਾਂ ਦੀ ਸਾਰੀ ਵੀਕਨੈਸ ਯਿਸੂ ਨਾਮ ਦੇ ਵਿੱਚ ਦੂਰ ਹੋਵੇ ਪਰਮੇਸ਼ਰ ਪਿਤਾ। ਤੁਹਾਡੇ ਬੇਟੇ ਅਮੋਲਕ ਲਈ ਦੁਆ ਕਰਦੇ ਪਿਤਾ ਜੀ, ਉਹਨਾਂ ਦੇ ਵੀਜ਼ਾ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ, ਜੋ ਉਹਨਾਂ ਦੀ ਵੀਜ਼ਾ ਦੀ ਪ੍ਰੋਸੈਸ ਸਲੋ ਆ ਪਿਤਾ, ਉਹਨਾਂ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਉਹਨਾਂ ਦੇ ਵੀਜ਼ਾ ਨੂੰ ਉਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਕਰੋ ਖੁਦਾਵੰਦ। ਤੁਹਾਡੇ ਬੇਟੇ ਕੇਵਲ ਸਿੰਘ ਦੇ ਲਈ ਦੁਆ ਕਰਦੇ ਆ ਪ੍ਰਭੂ ਜੀ, ਉਹਨਾਂ ਦੇ ਕਾਰੋਬਾਰ ਦੇ ਵਿੱਚ ਬਰਕਤ ਦਿਓ ਪਿਤਾ ਪਰਮੇਸ਼ਰ, ਦਸ ਰਾਹਤ ਉਹਨਾਂ ਦੇ ਲਈ ਮਦਦ ਸਹਾਇਤਾ ਅਗਵਾਈ ਨੂੰ ਲੈ ਕੇ ਆਓ ਪਿਤਾ ਪਰਮੇਸ਼ਰ, ਉਹਨਾਂ ਦੇ ਹੱਥ ਦੇ ਕੰਮ ਵਿੱਚ ਬਰਕਤ ਹੈ ਤੇ ਆਸ਼ੀਸ਼ ਦਿਓ ਪਿਤਾ ਪਰਮੇਸ਼ਰ। ਤੁਹਾਡੀ ਬੇਟੀ ਸਰਪ੍ਰੀਤ ਕੌਰ ਲਈ ਦੁਆ ਕਰਦੇ ਖੁਦਾਵੰਦ, ਓਵਰ ਥਿੰਕਿੰਗ ਅਤੇ OCD ਦੀ ਪ੍ਰੋਬਲਮ ਨੂੰ ਯਿਸੂ ਨਾਮ ਦੇ ਵਿੱਚ ਕੈਂਸਲ ਕਰਦੇ ਪਿਤਾ ਪਰਮੇਸ਼ਰ। ਤੁਹਾਡੀ ਬੇਟੀ ਇਸ ਹਰ ਤਰ੍ਹਾਂ ਦੇ ਰੋਗ ਬਿਮਾਰੀ ਚਿੰਤਾ ਪਰੇਸ਼ਾਨੀ ਤੋਂ ਫ੍ਰੀ ਕੀਤੀ ਜਾਵੇ, ਓਵਰ ਥਿੰਕਿੰਗ ਯਿਸੂ ਨਾਮ ਦੇ ਵਿੱਚ ਬੰਦ ਹੋ ਜਾਵੇ, ਇਹਨਾਂ ਦੀ ਹਰ ਤਰ੍ਹਾਂ ਦੀ ਚਿੰਤਾ ਪਰੇਸ਼ਾਨੀ ਨੂੰ ਤੁਸੀਂ ਦੂਰ ਕਰੋ ਖੁਦਾਵੰਦ। ਤੁਹਾਡੀ ਬੇਟੀ ਪ੍ਰਭਜੋਤ ਕੌਰ ਲਈ ਦੁਆ ਕਰਦੇ ਪਰਮੇਸ਼ਰ ਪਿਤਾ, ਉਸ ਬੇਟੀ ਨੂੰ ਬਲੈਸ ਕਰੋ ਪਿਤਾ ਪਰਮੇਸ਼ਰ, ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਰੋਗ ਬਿਮਾਰੀਆਂ ਤੋਂ ਫ੍ਰੀ ਕਰੋ, ਆਜ਼ਾਦ ਕਰੋ, ਚੰਗਿਆ ਕਰੋ ਪ੍ਰਭੂ ਜੀ। ਤੁਹਾਡੀ ਬੇਟੀ ਜੋਤੀ ਨੂੰ ਬਲੈਸ ਕਰਦੇ ਪਿਤਾ ਪਰਮੇਸ਼ਰ, ਸਾਰੀਆਂ ਕਮੀਆਂ ਘਟੀਆਂ ਕਮਜ਼ੋਰੀਆਂ ਨੂੰ ਦੂਰ ਕਰੋ ਪਿਤਾ ਜੀ, ਸਾਰੇ ਦੁੱਖਾਂ ਰੋਗਾਂ ਤੋਂ ਆਜ਼ਾਦ ਕਰੋ, ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਰੋਗ ਇਹਨਾਂ ਨੂੰ ਛੱਡਣ ਪਿਤਾ ਪਰਮੇਸ਼ਰ। ਤੁਹਾਡੇ ਬੇਟੇ ਕ੍ਰਿਸ਼ਨ ਕੁਮਾਰ ਲਈ ਦੁਆ ਕਰਦੇ ਪਿਤਾ ਪਰਮੇਸ਼ਰ, ਕਫ ਕੋਲਡ ਅਤੇ ਬਲਗਮ ਨੂੰ ਯਿਸੂ ਨਾਮ ਦੇ ਵਿੱਚ ਦੂਰ ਕਰਦੇ ਪਿਤਾ ਪਰਮੇਸ਼ਰ। ਇਸੇ ਸਮੇਂ ਉਸ ਬ੍ਰਦਰ ਨੂੰ ਆਜ਼ਾਦ ਕਰੋ ਪਿਤਾ ਜੀ, ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਦੁੱਖ ਰੋਗ ਬਿਮਾਰੀਆਂ ਅੱਜ ਇਹਨਾਂ ਨੂੰ ਛੱਡਣ ਪਿਤਾ ਪਰਮੇਸ਼ਰ। ਤੁਹਾਡੇ ਬੇਟੇ ਨੈਤਿਕ ਲਈ ਦੁਆ ਕਰਦੇ ਪਿਤਾ ਪਰਮੇਸ਼ਰ, ਉਹਨਾਂ ਦੇ ਪੇਟ ਦੇ ਵਿੱਚ ਹੋ ਰਹੇ ਸਾਰੇ ਦਰਦ ਨੂੰ ਯਿਸੂ ਨਾਮ ਦੇ ਵਿੱਚ ਕੈਂਸਲ ਕਰਦੇ ਪਿਤਾ ਪਰਮੇਸ਼ਰ। ਜੋ ਵੀ ਵਿਰੋਧੀ ਦੀ ਸ਼ਕਤੀ ਰਾਤ ਦੇ ਸਮੇਂ ਉਹਨਾਂ ਦੇ ਪੇਟ ਦੇ ਵਿੱਚ ਅਟੈਕ ਕਰਦੀ ਹੈ ਤੇ ਰਾਤ ਦੇ ਸਮੇਂ ਉਹਨਾਂ ਨੂੰ ਦਰਦਾਂ ਪੀੜਾਂ ਲਾਉਂਦੀ ਹੈ ਪਿਤਾ, ਉਸ ਹਰੇਕ ਵਿਰੋਧੀ ਦੀ ਸ਼ਕਤੀ ਨੂੰ ਕੈਂਸਲ ਕਰਦੇ, ਉਹਨਾਂ ਦੀ ਰਾਤ ਦੇ ਹਰ ਇੱਕ ਪਲ ਦੇ ਉੱਤੇ ਤੁਹਾਡਾ ਕਬਜ਼ਾ ਆਵਾਜ਼ ਕੰਟਰੋਲ ਹੋਵੇ ਪਿਤਾ ਜੀ। ਤੁਹਾਡੀ ਬੇਟੀ ਸਤਨਾਮ ਕੌਰ ਲਈ ਦੁਆ ਕਰਦੇ ਪਿਤਾ ਜੀ, ਉਹਨਾਂ ਦੀ ਜ਼ਿੰਦਗੀ ਵਿੱਚ ਆਏ ਸਾਰੀ ਮੁਸ਼ਕਲ ਮੁਸੀਬਤ ਪਰੇਸ਼ਾਨੀ ਦੇ ਪਹਾੜ ਉਹਨਾਂ ਦੀ ਜ਼ਿੰਦਗੀ 'ਚੋਂ ਕੈਂਸਲ ਕਰਦੇ ਆ, ਸੱਚੀ ਸ਼ਾਂਤੀ ਅਤੇ ਸੱਚ ਦੇ ਆਰਾਮ ਨੂੰ ਉਹਨਾਂ ਦੇ ਲਈ ਮੰਗਦੇ ਪਿਤਾ ਪਰਮੇਸ਼ਰ। ਇਸੇ ਸਮੇਂ ਉਹ ਭੈਣ ਅਤੇ ਉਹਨਾਂ ਦੇ ਪਰਿਵਾਰ ਦਾ ਹਰ ਇੱਕ ਮੈਂਬਰ ਬਲੈਸ ਅਤੇ ਆਸ਼ੀਸ਼ਿਤ ਹੋਵੇ ਖੁਦਾਵੰਦ। ਤੁਹਾਡੇ ਬੇਟੇ ਸੁਮਿਤ ਲਈ ਦੁਆ ਕਰਦੇ ਖੁਦਾਵੰਦ, ਜੋ ਆਇਲਸ ਦਾ ਐਗਜ਼ਾਮ ਦੇਣ ਲਈ ਤਿਆਰੀ ਕਰ ਰਹੇ ਨੇ ਪਿਤਾ ਜੀ, ਉਸ ਐਗਜ਼ਾਮ ਦੇ ਵਿੱਚ ਉਹਨਾਂ ਨੂੰ ਮਨ ਚਾਹੇ ਰਿਜ਼ਲਟ ਦੇਣਾ ਬਲੈਸ ਕਰੋ ਪਿਤਾ ਪਰਮੇਸ਼ਰ। ਤੁਹਾਡੇ ਬੇਟੇ ਕੁਨਾਲ ਦੇ ਲਈ ਦੁਆ ਕਰਦੇ ਆ, ਉਸ ਬੇਟੇ ਨੂੰ ਆਪਣੇ ਕੰਮਾਂ ਦੇ ਵਿੱਚ ਵਧਾਓ ਪਿਤਾ ਪਰਮੇਸ਼ਰ, ਉਹ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰੇ, ਬਹੁਤਾਇਤ ਦਾ ਮਸਾ ਉਹਨਾਂ ਦੀ ਜ਼ਿੰਦਗੀ 'ਚ ਉਤਰੇ ਖੁਦਾਵੰਦ। ਤੁਹਾਡੀ ਬੇਟੀ ਸ਼ਾਂਤੀ ਲਈ ਦੁਆ ਕਰਦੇ ਖੁਦਾਵੰਦ, ਜੋ ਨਵਾਂ ਘਰ ਬਣਾ ਰਹੇ ਨੇ ਉਹਨਾਂ ਦੇ ਘਰ ਬਣਨ ਦੇ ਵਿੱਚ ਕਿਸੇ ਭਲੀ ਵਸਤੂ ਦੀ ਕਮੀ ਘਟੀ ਨਾ ਹੋਵੇ ਪਿਤਾ ਜੀ, ਉਹਨਾਂ ਦੀਆਂ ਸਾਰੀਆਂ ਕਮੀਆਂ ਘਟੀਆਂ ਜ਼ਰੂਰਤਾਂ ਤੁਹਾਡੇ ਸਾਮਰਥੀ ਨਾਮ ਸਵਰਗਰਾਜ ਦੇ ਵਿੱਚੋਂ ਪੂਰੀਆਂ ਕੀਤੀਆਂ ਜਾਣ ਪਿਤਾ ਪਰਮੇਸ਼ਰ। ਉਹਨਾਂ ਦੇ ਘਰ ਬਣਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਪ੍ਰਭੂ ਜੀ। ਤੁਹਾਡੇ ਬੇਟੇ ਹਨੀ ਦੇ ਲਈ ਦੁਆ ਕਰਦੇ ਆ, ਉਹਨਾਂ ਦੇ ਪੂਰੇ ਘਰ ਪਰਿਵਾਰ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਨੇ ਪਿਤਾ ਪਰਮੇਸ਼ਰ। ਨਵੇਂ ਕਾਰੋਬਾਰ ਦੇ ਨਾਲ ਬਲੈਸ ਕਰੋ, ਹੱਥ ਦੇ ਕੰਮਾਂ ਦੇ ਵਿੱਚ ਬਰਕਤ ਅਤੇ ਆਸ਼ੀਸ਼ ਦਿਓ, ਪੂਰੇ ਘਰ ਪਰਿਵਾਰ ਨੂੰ ਮਹਿਮਾ ਵਡਿਆਈ ਦਾ ਮੁਕਟ ਦਿਓ ਪਿਤਾ ਪਰਮੇਸ਼ਰ। ਤੁਹਾਡੀ ਬੇਟੀ ਪਰਵੀਨ ਦੇ ਲਈ ਦੁਆ ਕਰਦੇ ਆ, ਸ਼ੂਗਰ ਦਾ ਰੋਗ ਯਿਸੂ ਨਾਮ ਦੇ ਵਿੱਚ ਨਾਸ਼ ਭਸਮ ਖਤਮ ਹੋ ਜਾਵੇ, ਬੋਡੀ ਦੀ ਵੀਕਨੈਸ ਇਸੇ ਸਮੇਂ ਕੈਂਸਲ ਹੋ ਜਾਵੇ, ਨਵੀਂ ਹਿੰਮਤ ਤਾਕਤ ਬਲ ਦਿਓ ਪਿਤਾ ਪਰਮੇਸ਼ਰ।
ਪੂਰੇ ਘਰ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਪਿਤਾ ਜੀ। ਪਰਿਵਾਰ ਦਾ ਹਰ ਇੱਕ ਮੈਂਬਰ ਤੁਹਾਡੇ ਲਹੂ ਦੀਆਂ ਵਾੜਾਂ ਦੇ ਵਿੱਚ ਲੈ ਕੇ ਆਉਂਦੇ ਖੁਦਾਵੰਦ। ਤੁਹਾਡੇ ਬੇਟੇ ਗੌਰਵ ਦੇ ਲਈ ਦੁਆ ਕਰਦੇ ਹਾਂ ਪ੍ਰਭੂ ਜੀ, ਜੋ ਉਹਨਾਂ ਦੀ ਸੈਲਰੀ ਰੁਕੀ ਹੋਈ ਹੈ ਪਿਤਾ ਪਰਮੇਸ਼ਰ, ਉਸ ਰੁਕੇ ਹੋਏ ਧਨ ਦੀ ਆਸ਼ੀਸ਼ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰੋ ਪਿਤਾ। ਉਹ ਆਪਣੀ ਮਿਹਨਤ ਦਾ ਪ੍ਰਤੀਫਲ ਆਪਣੇ ਹੱਥਾਂ ਦੇ ਵਿੱਚ ਦੇਖ ਸਕਣ ਖੁਦਾਵੰਦ। ਉਹਨਾਂ ਨੂੰ ਕਾਰੋਬਾਰ ਦੇ ਵਿੱਚ ਬਹੁਤਾਈ ਤਰ੍ਹਾਂ ਬਰਕਤ ਦਿਓ, ਕੋਈ ਵਿਰੋਧੀ ਦੀ ਸ਼ਕਤੀ ਉਹਨਾਂ ਦੇ ਕਾਰੋਬਾਰ ਨੂੰ ਚੁਰਾ ਨਾ ਸਕੇ ਪਰਮੇਸ਼ਰ ਪਿਤਾ। ਤੁਹਾਡੇ ਬੇਟੇ ਭੀਮ ਭੂਸ਼ਣ ਦੇ ਲਈ ਦੁਆ ਕਰਦੇ ਹਾਂ, ਉਹਨਾਂ ਦੇ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਪਰੇਸ਼ਾਨੀਆਂ ਤੋਂ ਫ੍ਰੀ ਕਰੋ। ਸਾਰੇ ਰੁਕੇ ਹੋਏ ਕੰਮਾਂ ਨੂੰ ਆਪਣੀ ਚਾਲ ਦਿਓ ਪਿਤਾ ਜੀ। ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਪਰਮੇਸ਼ਰ ਪਿਤਾ ਨਵੇਂ ਰਾਸਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੋਲ ਦਿਓ ਪਿਤਾ ਪਰਮੇਸ਼ਰ। ਬਲੈਸ ਕਰੋ, ਆਸ਼ੀਸ਼ਿਤ ਕਰੋ, ਸ਼ੁੱਧ ਕਰੋ ਖੁਦਾਵੰਦ। ਜਿੰਨੇ ਵੀ ਭੈਣ ਭਾਈ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਨੇ ਪਿਤਾ ਪਰਮੇਸ਼ਰ, ਸੱਚਮੁੱਚ ਖੁਦਾਵੰਦ ਜੋ ਵੀ ਤੁਹਾਨੂੰ ਪਿਤਾ ਪਰਮੇਸ਼ਰ ਕਹਿ ਕੇ ਬੁਲਾਉਂਦਾ ਪਿਤਾ ਜੀ, ਅੱਜ ਇੱਕ ਸੱਚੇ ਪਿਤਾ ਤੇ ਧਰਮੀ ਬਾਪ ਦੀ ਤਰ੍ਹਾਂ ਇਹਨਾਂ ਦੀ ਆਵਾਜ਼ ਨੂੰ ਤੁਸੀਂ ਸੁਣੋ ਪਿਤਾ ਪਰਮੇਸ਼ਰ। ਅੱਜ ਇਹਨਾਂ ਸਾਰਿਆਂ ਨੂੰ ਦੁੱਖਾਂ, ਰੋਗਾਂ, ਚਿੰਤਾਵਾਂ, ਪਰੇਸ਼ਾਨੀਆਂ ਤੋਂ ਆਜ਼ਾਦ ਕਰੋ। ਇਸ ਪਾਪ ਦੀ ਮਜ਼ਦੂਰੀ ਤੋਂ ਇਹਨਾਂ ਨੂੰ ਬਚਾ ਲਓ ਪਿਤਾ ਪਰਮੇਸ਼ਰ। ਯੀਸ਼ੂ ਮਸੀਹ ਦੇ ਵਸੀਲੇ ਹਰ ਇੱਕ ਭੈਣ ਭਾਈ ਸਦੀਵਕ ਜੀਵਨ ਦੇ ਲਈ ਮਿਹਨਤ ਕਰੇ ਤੇ ਸਦੀਵਕ ਜੀਵਨ ਨੂੰ ਪ੍ਰਾਪਤ ਕਰੇ ਪਿਤਾ ਪਰਮੇਸ਼ਰ। ਪੂਰੇ ਘਰਾਂ ਪਰਿਵਾਰਾਂ ਦੇ ਵਿੱਚ ਤੁਹਾਡੀ ਮਹਿਮਾ, ਵਡਿਆਈ, ਆਸ਼ੀਸ਼, ਬਰਕਤ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰਦੇ ਪ੍ਰਭੂ ਜੀ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ, ਆਮੀਨ, ਆਮੀਨ।